ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਖਾਸ ਮਸਲਾ ਆ। ਇਸ ਵੇਲੇ ਜਿਹੜੇ ਬਹੁਤ ਸਾਰੇ ਸਟੂਡੈਂਟ ਉੱਥੇ ਬੈਠੇ ਸੀ, ਇਹ ਆਸ ਲਾ ਕੇ ਉਹਨਾਂ ਨੇ ਕੈਨੇਡਾ ਦੇ ਵਿੱਚ ਪੜ੍ਹਨ ਆਉਣਾ ਸੀ, ਕੋਵਿਡ-19 ਕਰਕੇ ਉੱਥੇ ਫਸ ਗਏ। ਜਦੋਂ ਫਲਾਈਟਾਂ ਹੀ ਬੰਦ ਹੋ ਗਈਆਂ, ਸਾਰਾ ਕੁਝ ਬੰਦ ਹੋ ਗਿਆ, ਉਹਨਾਂ ਦਾ ਕੀ ਬਣੂਗਾ? ਜੇ ਤੁਸੀਂ ਕੁਝ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਬਣ ਜਾਂਦੀ ਹੈ ਜਿੱਥੇ ਜਿਹੜਾ 6 ਫੁੱਟ ਦਾ ਡਿਸਟੈਂਸ, 2 ਮੀਟਰ ਦਾ ਡਿਸਟੈਂਸ ਨਹੀਂ ਰੱਖਿਆ ਜਾ ਸਕਦਾ, ਤੁਸੀਂ ਮਾਸਕ ਪਾ ਲਓ। ਹੁਣ ਇਹਦੇ ਸੰਬੰਧੀ ਵਿਵਾਦ ਵੀ ਬਹੁਤ ਸਾਰਾ ਆ ਕਿ ਕੁਝ ਕਹਿੰਦੇ ਮਾਸਕ ਦੇ ਨਾਲ ਫਾਇਦਾ ਹੁੰਦਾ। ਜਿੱਦਾਂ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਇੱਕ ਦਿਨ ਉਹਨਾਂ ਨੇ ਮਾਸਕ ਪਾ ਕੇ ਵੀ ਦਿਖਾਇਆ ਸੀ ਕਿ ਮਾਸਕ ਪਾਉਣ ਦੇ ਨਾਲ ਫਾਇਦਾ ਹੁੰਦਾ। ਜਦੋਂ ਤੁਸੀਂ ਛਿੱਕ ਮਾਰਦੇ ਹੋ, ਤੁਸੀਂ ਖੰਘਦੇ ਹੋ, ਜਿਹੜੇ ਡ੍ਰੌਪਲੇਟਸ ਆ ਜਿਨ੍ਹਾਂ ਦੇ ਵਿੱਚ ਵਾਇਰਸ ਆ ਉਹ ਦੂਰ ਤੱਕ ਨਹੀਂ ਜਾਂਦਾ, ਰੁਕ ਜਾਂਦਾ। ਬਹੁਤ ਸਾਰੀਆਂ ਰਿਸਰਚਸ ਵੀ ਕਹਿੰਦੀਆਂ ਕਿ 75% ਤੱਕ ਜਿਹੜਾ ਸਧਾਰਨ ਮਾਸਕ N95 ਨਹੀਂ, ਜਿਹੜਾ ਹੈਲਥ ਕੇਅਰ ਵਰਕਰਸ ਦੇ ਲਈ ਹੁੰਦਾ, ਆਮ ਮਾਸਕ ਜਿਹੜਾ ਆ ਉਹ ਪਾਉਣ ਦੇ ਨਾਲ ਬਹੁਤ ਜ਼ਿਆਦਾ ਬਚਾਅ ਹੋ ਜਾਂਦਾ। ਘੱਟੋ ਘੱਟ ਮਾਸਕ ਪਾਉਣ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਘਰੇ ਬਣਿਆ ਕੱਪੜੇ ਦਾ ਮਾਸਕ ਪਾਇਆ ਜਾ ਸਕਦਾ, ਕੋਈ ਵੀ ਮਾਸਕ ਪਾਇਆ ਜਾ ਸਕਦਾ ਉਸ ਥਾਂ ਦੇ ਉੱਤੇ ਜਿੱਥੇ ਤੁਹਾਡਾ ਸੋਸ਼ਲ ਡਿਸਟੈਂਸ ਪ੍ਰੈਕਟੀਕਲੀ ਨਹੀਂ ਰੱਖਿਆ ਜਾ ਸਕਦਾ। ਇਹਦਾ ਮਤਲਬ ਇਹਨਾਂ ਅਥਾਰਟੀਜ਼ ਨੂੰ ਪਤਾ ਆ ਕਿ ਸਮਾਜ ਦੇ ਵਿੱਚ ਇਹ ਜਿਹੜੀ 2 ਮੀਟਰ ਵਾਲੀ ਦੂਰੀ ਆ, ਇਹ ਰੱਖਣੀ ਹਰ ਥਾਂ ਦੇ ਉੱਤੇ ਸੰਭਵ ਨਹੀਂ ਹੈ। ਸੋ ਇਸ ਕਰਕੇ ਉਹ ਪ੍ਰੈਕਟੀਕਲੀ ਇੱਕ ਤੁਹਾਨੂੰ ਅਲਟਰਨੇਟ ਦੇ ਰਿਹਾ ਕਿ ਜੇ ਨਹੀਂ ਰੱਖੀ ਜਾ ਸਕਦੀ ਤਾਂ ਇੱਦਾਂ ਕਰ ਲਓ। ਹੁਣ ਜੇ ਤੁਸੀਂ ਗੰਦਾ ਮਾਸਕ ਪਾ ਲਿਆ, ਇਨਫੈਕਟਡ ਪਾ ਲਿਆ, ਜਾਂ ਬਾਰ-ਬਾਰ ਇੱਕੋ ਚੀਜ਼ ਨੂੰ ਬਾਰ-ਬਾਰ ਪਾਈ ਗਏ ਆ, ਉਹ ਤੋਂ ਵੀ ਜ਼ਿਆਦਾ ਖਤਰਨਾਕ ਆ ਬਿਨਾਂ ਮਾਸਕ ਵਾਲੇ ਤੋਂ। ਬਹੁਤ ਸਾਰੀਆਂ ਖਬਰਾਂ ਦੋਸਤੋ ਜਿੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਆਉਂਦੀਆਂ ਨੇ, ਉਹਦੇ ਨਾਲ ਇੱਕ ਸਮੱਸਿਆ ਹੋਰ ਆ ਰਹੀ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਚੇ ਜਾਂ ਵੱਡੇ ਵੀ ਘਰਾਂ ਦੇ ਵਿੱਚ ਬੈਠੇ ਅੱਕ ਗਏ ਨੇ, ਹੁਣ ਉਹ ਬਾਹਰ ਜਾ ਰਹੇ ਨੇ। ਕਿ ਟਾਊਨ ਹਾਊਸ ਤੁਸੀਂ ਜਾਣਦੇ ਹੋ, ਟਾਊਨ ਹਾਊਸਿਸ ਕੰਪਲੈਕਸਿਸ ਦੇ ਵਿੱਚ ਜਿਹੜੀ ਲੇਨ ਹੁੰਦੀ ਆ ਕਿ ਇੱਕ ਪਾਸੇ ਇੱਧਰ ਟਾਊਨ ਹਾਊਸ ਆ, ਇੱਧਰ ਟਾਊਨ ਹਾਊਸ ਆ, ਵਿਚਕਾਰ ਜਿਹੜਾ ਰਸਤਾ ਆ, ਉੱਥੇ ਬੱਚੇ ਇੱਕ ਟਾਊਨ ਹਾਊਸ ਕੰਪਲੈਕਸ ਦੇ ਵਿੱਚ ਖੇਡ ਰਹੇ ਸੀ। ਉਹਨਾਂ ਨੂੰ ਉੱਥੇ ਖੇਡਣ ਤੋਂ ਮਨਾ ਕਰ ਦਿੱਤਾ ਕਿ ਤੁਸੀਂ ਇੱਥੇ ਸਰੀ ਦੇ ਵਿੱਚ ਹੀ ਉਹ ਕੰਪਲੈਕਸ ਹੈਗਾ, ਮੈਂ ਉਹਦਾ ਨਾਂ ਨਹੀਂ ਲੈ ਰਿਹਾ, ਪਰ ਉਹਨਾਂ ਨੇ ਜਿਹੜੇ ਉੱਥੇ ਦੀ ਸਟਾਰਟਾ ਸੀ, ਉਹਨਾਂ ਨੇ ਆ ਕੇ ਕਿਹਾ ਕਿ ਜੇ ਬੱਚੇ ਇੱਥੇ ਖੇਡਦੇ ਦਿਖ ਗਏ ਤੇ ਅਸੀਂ ਤੁਹਾਨੂੰ $100 ਜੁਰਮਾਨਾ ਕਰਾਂਗੇ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਮੈਂ ਪਿਛਲੇ ਕੁਝ ਦਿਨਾਂ ਤੋਂ ਹਾਈਡਰੋਕਸੀਕਲੋਰੋਕੁਈਨ ਲੈ ਰਿਹਾ। ਉਸ ਗੱਲ ਨੇ ਚਰਚਾ ਛੇੜ ਦਿੱਤੀ ਸੀ ਬਹੁਤ ਸਾਰੀ, ਵੀ ਇਹ ਹਜੇ ਤੱਕ ਡਾਕਟਰਸ ਨੇ ਇਹਨੂੰ ਪ੍ਰੂਵ ਨਹੀਂ ਕੀਤਾ, ਡਾਕਟਰਸ ਨੇ ਦੱਸਿਆ ਨਹੀਂ ਵੀ ਇਹ ਇਲਾਜ ਹੋ ਸਕਦਾ ਇਹਦੇ ਨਾਲ ਜਾਂ ਨਹੀਂ, ਵੀ ਅਮਰੀਕਾ ਦੇ ਰਾਸ਼ਟਰਪਤੀ ਕਿਉਂ ਲੈ ਰਹੇ। ਉਸ ਗੱਲ ਨੂੰ ਉਹਨਾਂ ਨੇ ਅੱਗੇ ਕਰਦੇ ਹੋਏ ਅੱਜ ਜਿਹੜੀ ਅਪਡੇਟ ਦਿੱਤੀ ਆ, ਉਹ ਕਹਿੰਦੇ ਵੀ 1-2 ਦਿਨ ਹੋਰ ਲੱਗਣੇ ਆ, ਉਹਦੇ ਤੋਂ ਬਾਅਦ ਮੇਰਾ ਇਹਦਾ ਜਿਹੜਾ ਜੋ ਵੀ ਕੋਰਸ ਹੁੰਦਾ ਉਹ ਪੂਰਾ ਹੋ ਜਾਣਾ। WHO ਨੇ ਜਿਹੜੀ ਗੱਲ ਕੀਤੀ ਹੈ ਵੀ ਇਹਦਾ ਸਾਡੇ ਕੋਲ ਕੋਈ ਵੀ ਜਿਹੜਾ ਅਜੇ ਤੱਕ ਪ੍ਰੂਫ ਨਹੀਂ ਆ ਕਿ ਇਹ ਕੁਛ ਇਹਦੇ ਨਾਲ ਇਲਾਜ ਹੁੰਦਾ ਜਾਂ ਨਹੀਂ ਹੁੰਦਾ, ਪਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਕਿਹਾ ਕਿ ਮੈਂ ਇਹ ਦਵਾਈ ਲੈ ਰਿਹਾ ਔਰ 1-2 ਦਿਨ ਦੇ ਵਿੱਚ ਮੇਰਾ ਉਹ ਖਤਮ ਹੋ ਜਾਣਾ, 1-2 ਦਿਨ ਮੈਂ ਹੋਰ ਲਵਾਂਗਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਅਸੀਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਦੇ ਲਈ, ਕੁਝ ਅਪਡੇਟਸ, ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਔਰ ਸਭ ਤੋਂ ਮਹੱਤਵਪੂਰਨ ਗੱਲ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਨੀ ਆ ਸ਼੍ਰੀ ਤਰਨ ਖੁੱਲਰ ਜੀ ਦੇ ਨਾਲ, ਜਿਹੜੇ PLC ਕਾਲਜ ਦੇ ਡਾਇਰੈਕਟਰ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਖਾਸ ਮਸਲਾ ਆ। ਇਸ ਵੇਲੇ ਜਿਹੜੇ ਬਹੁਤ ਸਾਰੇ ਸਟੂਡੈਂਟ ਉੱਥੇ ਬੈਠੇ ਸੀ, ਇਹ ਆਸ ਲਾ ਕੇ ਉਹਨਾਂ ਨੇ ਕੈਨੇਡਾ ਦੇ ਵਿੱਚ ਪੜ੍ਹਨ ਆਉਣਾ ਸੀ, ਕੋਵਿਡ-19 ਕਰਕੇ ਉੱਥੇ ਫਸ ਗਏ। ਜਦੋਂ ਫਲਾਈਟਾਂ ਹੀ ਬੰਦ ਹੋ ਗਈਆਂ, ਸਾਰਾ ਕੁਝ ਬੰਦ ਹੋ ਗਿਆ, ਉਹਨਾਂ ਦਾ ਕੀ ਬਣੂਗਾ? ਉਹ ਕਦੋਂ ਆਉਣਗੇ ਇੱਥੇ? ਕੀ ਉਹਨਾਂ ਦਾ ਅੱਗੇ ਉਹ ਭਵਿੱਖ ਹੋ ਸਕਦਾ? ਔਰ ਆਹ ਜਿਹੜਾ ਵਿਚਲਾ ਸਮਾਂ ਆ, ਇਹ ਕਿਸੇ ਗਿਣਤੀ ਦੇ ਵਿੱਚ ਆਊਗਾ ਜਾਂ ਨਹੀਂ? ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਨੇ ਉੱਥੋਂ 12 ਕੀਤੀਆਂ ਜਾਂ ਕਰਨੀਆਂ ਸੀ, ਉਹਨਾਂ ਨੇ ਆਇਲਟਸ ਦਾ ਟੈਸਟ ਦੇਣਾ ਸੀ, ਜਿਹੜਾ ਬਹੁਤ ਜ਼ਰੂਰੀ ਆ ਕੈਨੇਡਾ ਆਉਣ ਦੇ ਲਈ, ਇੱਥੇ ਕਾਲਜਾਂ ਦੇ ਵਿੱਚ ਦਾਖਲੇ ਦੇ ਲਈ। ਉਹਨਾਂ ਦੇ ਆਇਲਟਸ ਦਾ ਕੀ ਬਣਿਆ? ਹੁਣ ਉਹ ਕੀ ਕਰਨਗੇ? ਜਾਂ ਇਹ ਵਿਚਲਾ ਸਮਾਂ ਕਿਸ ਗਿਣਤੀ ਦੇ ਵਿੱਚ ਆਊਗਾ? ਇਹਦੇ ਸੰਬੰਧੀ ਅਸੀਂ ਸ਼੍ਰੀ ਤਰਨ ਖੁੱਲਰ ਜੀ ਦੇ ਨਾਲ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਆਉਣਗੇ, ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਅਸੀਂ ਕਰਾਂਗੇ। ਉਹਦੇ ਤੋਂ ਪਹਿਲਾਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਦੋਸਤੋ ਅੱਜ ਦੀ ਮਹੱਤਵਪੂਰਨ ਗੱਲ ਜਿਹੜੀ ਕੈਨੇਡਾ ਦੀ ਇਹ ਆ ਕਿ ਜਿਹੜੇ ਸਾਡੇ ਪਬਲਿਕ ਹੈਲਥ ਆਫਿਸਰ ਨੇ ਡਾਕਟਰ ਥਰੇਸਾ ਟੈਮ, ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕੁਝ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਬਣ ਜਾਂਦੀ ਹੈ ਜਿੱਥੇ ਜਿਹੜਾ 6 ਫੁੱਟ ਦਾ ਡਿਸਟੈਂਸ, 2 ਮੀਟਰ ਦਾ ਡਿਸਟੈਂਸ ਨਹੀਂ ਰੱਖਿਆ ਜਾ ਸਕਦਾ, ਤੁਸੀਂ ਮਾਸਕ ਪਾ ਲਓ।
ਸੋ ਮਾਸਕ ਇਹ ਨਹੀਂ ਕਿ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਕਿ ਮਾਸਕ ਪਾਉਣਾ ਜ਼ਰੂਰੀ ਹੈ, ਪਰ ਬਹੁਤ ਸਾਰੀਆਂ ਥਾਵਾਂ ਜਿਵੇਂ ਪਬਲਿਕ ਪਲੇਸਿਸ ਦੇ ਉੱਤੇ, ਕਿਸੇ ਬੱਸ 'ਚ ਜਾਣਾ, ਤੁਸੀਂ ਟ੍ਰੇਨ 'ਚ ਜਾਣਾ, ਜਿੱਥੇ ਇਹ ਸੰਭਵ ਨਹੀਂ ਆ ਕਿ ਤੁਸੀਂ ਦੂਜੇ ਤੋਂ 2 ਮੀਟਰ ਦੂਰ ਰਹੋ, ਉਹਨਾਂ ਨੇ ਅੱਜ ਰਿਕਮੈਂਡ ਕੀਤਾ ਕਿ ਤੁਸੀਂ ਮਾਸਕ ਪਾ ਲਓ, ਜਿਹੜਾ ਆਮ ਮਾਸਕ ਹੁੰਦਾ ਆ। ਹੁਣ ਇਹਦੇ ਸੰਬੰਧੀ ਵਿਵਾਦ ਵੀ ਬਹੁਤ ਸਾਰਾ ਆ ਕਿ ਕੁਛ ਕਹਿੰਦੇ ਮਾਸਕ ਦੇ ਨਾਲ ਫਾਇਦਾ ਹੁੰਦਾ, ਜਿੱਦਾਂ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਇੱਕ ਦਿਨ ਉਹਨਾਂ ਨੇ ਮਾਸਕ ਪਾ ਕੇ ਵੀ ਦਿਖਾਇਆ ਸੀ ਕਿ ਮਾਸਕ ਪਾਉਣ ਦੇ ਨਾਲ ਫਾਇਦਾ ਹੁੰਦਾ, ਜਦੋਂ ਤੁਸੀਂ ਛਿੱਕ ਮਾਰਦੇ ਹੋ, ਤੁਸੀਂ ਖੰਘਦੇ ਹੋ, ਜਿਹੜੇ ਡ੍ਰੌਪਲੇਟਸ ਆ ਜਿਨ੍ਹਾਂ ਦੇ ਵਿੱਚ ਵਾਇਰਸ ਆ ਉਹ ਦੂਰ ਤੱਕ ਨਹੀਂ ਜਾਂਦਾ, ਰੁਕ ਜਾਂਦਾ। ਬਹੁਤ ਸਾਰੀਆਂ ਰਿਸਰਚਸ ਵੀ ਕਹਿੰਦੀਆਂ ਕਿ 75% ਤੱਕ ਜਿਹੜਾ ਸਧਾਰਨ ਮਾਸਕ N95 ਨਹੀਂ, ਜਿਹੜਾ ਹੈਲਥ ਕੇਅਰ ਵਰਕਰਸ ਦੇ ਲਈ ਹੁੰਦਾ, ਆਮ ਮਾਸਕ ਜਿਹੜਾ ਆ ਉਹ ਪਾਉਣ ਦੇ ਨਾਲ ਬਹੁਤ ਜ਼ਿਆਦਾ ਬਚਾਅ ਹੋ ਜਾਂਦਾ। ਪਰ ਇਹਦੇ ਨਾਲ ਨਾਲ ਕੁਛ ਦਿੱਕਤਾਂ ਵੀ ਆ। ਬਹੁਤ ਸਾਰੇ ਲੋਕ ਇਸ ਗੱਲ ਦੇ ਧਾਰਨੀ ਵੀ ਆ ਕਿ ਜਦੋਂ ਤੁਸੀਂ ਮਾਸਕ ਪਾਉਨੇ ਆ, ਉੱਦਾਂ ਸ਼ਾਇਦ ਤੁਸੀਂ ਹੱਥ ਕਦੇ ਮੂੰਹ ਨੂੰ ਲਾਓ ਨਾ ਲਾਓ, ਪਰ ਜਿਨ੍ਹਾਂ ਨੇ ਮਾਸਕ ਪਾਇਆ ਉਹ ਬਾਰ-ਬਾਰ ਹੱਥ ਮੂੰਹ ਨੂੰ ਲਾ ਰਹੇ ਆ, ਕਦੇ ਉਹਨੂੰ ਠੀਕ ਕਰਦੇ ਆ। ਉਹ ਜਿੰਨੀ ਵਾਰ ਤੁਸੀਂ ਉਹਨੂੰ ਟੱਚ ਕਰੋਗੇ ਤੇ ਤੁਸੀਂ ਹੱਥ ਨੂੰ ਕਿਸੇ ਚੀਜ਼ ਦੇ ਨਾਲ, ਭਾਵੇਂ ਗਲਵ ਪਾਏ ਆ ਤੁਸੀਂ, ਉਹ ਗਲਵਸ ਤੋਂ ਬਾਅਦ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਟੱਚ ਕਰੋਗੇ ਤਾਂ ਉਹਨੂੰ ਦੁਬਾਰਾ ਆਪਣੇ ਮਾਸਕ ਨੂੰ ਠੀਕ ਕਰੋਗੇ ਤਾਂ ਉਹ ਵਾਇਰਸ ਫੈਲਣ ਦਾ ਖਤਰਾ ਵੱਧ ਜਾਂਦਾ। ਇਹਦੇ ਬਾਰੇ ਬਹੁਤ ਸ਼ੁਰੂ ਤੋਂ ਹੀ ਕੰਟਰੋਵਰਸੀ ਰਹੀ ਹੈ, ਪਰ ਕੁਛ ਗੱਲਾਂ ਧਿਆਨਯੋਗ ਇਹਦੇ ਵਿੱਚ ਹੈਗੀਆਂ ਨੇ ਜਿਹੜੀਆਂ ਅੱਜ ਕੈਨੇਡਾ ਦੀਆਂ ਹੈਲਥ ਅਥਾਰਟੀਜ਼ ਨੇ ਕਹੀਆਂ ਨੇ। ਉਹ ਇਹ ਕਹਿੰਦੇ ਆ ਕਿ ਘੱਟੋ ਘੱਟ ਮਾਸਕ ਪਾਉਣ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਘਰੇ ਬਣਿਆ ਕੱਪੜੇ ਦਾ ਮਾਸਕ ਪਾਇਆ ਜਾ ਸਕਦਾ, ਕੋਈ ਵੀ ਮਾਸਕ ਪਾਇਆ ਜਾ ਸਕਦਾ ਉਸ ਥਾਂ ਦੇ ਉੱਤੇ ਜਿੱਥੇ ਤੁਹਾਡਾ ਸੋਸ਼ਲ ਡਿਸਟੈਂਸ ਪ੍ਰੈਕਟੀਕਲੀ ਨਹੀਂ ਰੱਖਿਆ ਜਾ ਸਕਦਾ। ਇਹਦਾ ਮਤਲਬ ਇਹਨਾਂ ਅਥਾਰਟੀਜ਼ ਨੂੰ ਪਤਾ ਆ ਕਿ ਸਮਾਜ ਦੇ ਵਿੱਚ ਇਹ ਜਿਹੜੀ 2 ਮੀਟਰ ਵਾਲੀ ਦੂਰੀ ਆ, ਇਹ ਰੱਖਣੀ ਹਰ ਥਾਂ ਦੇ ਉੱਤੇ ਸੰਭਵ ਨਹੀਂ ਹੈ। ਸੋ ਇਸ ਕਰਕੇ ਉਹ ਪ੍ਰੈਕਟੀਕਲੀ ਇੱਕ ਤੁਹਾਨੂੰ ਅਲਟਰਨੇਟ ਦੇ ਰਿਹਾ ਕਿ ਜੇ ਨਹੀਂ ਰੱਖੀ ਜਾ ਸਕਦੀ ਤਾਂ ਇੱਦਾਂ ਕਰ ਲਓ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਾਸਕ ਕਿੱਦਾਂ ਦਾ ਹੋਵੇ। ਇੱਕ ਗੱਲ ਉਹਨੇ ਬਹੁਤ ਮਹੱਤਵਪੂਰਨ ਦੱਸੀ ਆ ਕਿ ਉਹ ਮਾਸਕ ਦੇ ਵਿੱਚ ਘੱਟੋ ਘੱਟ ਤੁਹਾਨੂੰ ਸੌਖਾ ਸਾਹ ਆਉਂਦਾ ਹੋਵੇ, ਈਜ਼ੀ ਬਰੀਦਿੰਗ ਹੋਵੇ। ਇਹ ਨਹੀਂ ਕਿ ਤੁਸੀਂ ਇੰਨਾ ਮੋਟਾ ਕੋਈ 2-3 ਲੇਅਰਾਂ ਕੱਪੜੇ ਦੀਆਂ ਵਿੱਚ ਉਹਦੇ ਕੁਛ ਹੋਰ ਦੇ ਕੇ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਂਦੇ ਸਾਹ ਘੁੱਟ ਜੇ। ਬਹੁਤ ਸਾਰੀਆਂ ਸ਼ਿਕਾਇਤਾਂ ਇੱਦਾਂ ਦੀਆਂ ਆਈਆਂ ਜਿਹੜੇ ਮਾਸਕ ਪਾ ਕੇ ਰਨਿੰਗ ਕਰਨ ਚਲੇ ਗਏ ਔਰ ਉਹ ਮਾਸਕ ਜਿਹਦੇ ਵਿੱਚ ਉਹ ਸਾਹ ਨਹੀਂ ਆਉਂਦਾ ਸੀ, ਉਹਨੇ ਸਮੱਸਿਆਵਾਂ ਪੈਦਾ ਕੀਤੀਆਂ। ਸੋ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਕੈਨੇਡਾ ਸਰਕਾਰ, ਕੈਨੇਡਾ ਦੀਆਂ ਹੈਲਥ ਅਥਾਰਟੀਜ਼ ਕਹਿ ਰਹੀਆਂ, ਉਹਨਾਂ ਨੇ ਪਹਿਲੀ ਗੱਲ ਇਹ ਕਹੀ ਹੈ ਕਿ ਉਹਦੇ ਵਿੱਚ ਤੁਹਾਨੂੰ ਸੌਖਾ ਸਾਹ ਆਉਂਦਾ ਹੋਵੇ, ਇੱਦਾਂ ਦਾ ਮਾਸਕ ਪਾਉਣਾ। ਦੂਜੀ ਗੱਲ, ਉਹ ਬੜਾ ਫਿੱਟ ਹੁੰਦਾ ਹੋਵੇ ਤੁਹਾਡੇ ਮੂੰਹ ਦੇ ਉੱਤੇ ਤੇ ਇੱਧਰ, ਤੇ ਜਦੋਂ ਇਹ ਨਹੀਂ ਕਿ ਉਹ ਬਾਰ-ਬਾਰ ਉਹਨੂੰ ਤੁਹਾਨੂੰ ਹੱਥ ਲਾ ਕੇ ਠੀਕ ਨਾ ਕਰਨਾ ਪਵੇ, ਉਹਦੀ ਫਿਟਿੰਗ ਠੀਕ ਹੋਵੇ। ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਵਿੱਚ ਮਾਸਕ ਬਣਾਏ, ਲੋਕਾਂ ਨੇ ਫ੍ਰੀ ਮਾਸਕ ਬਣਾ ਵੰਡੇ ਆ। ਅਗਲੀ ਗੱਲ ਉਹਨੇ ਕਹੀ ਵੀ ਉਹਦੀ ਸ਼ੇਪ ਜਿਹੜੀ ਆ ਉਹਨੂੰ, ਕਿਉਂਕਿ ਬਾਰ-ਬਾਰ ਧੋਣਾ ਵੀ ਪਊਗਾ, ਫਿਰ ਉਹਨੂੰ ਡਰਾਈ ਵੀ ਕਰਨਾ ਪਊਗਾ, ਉਹਦੀ ਸ਼ੇਪ ਚੇਂਜ ਨਾ ਹੋ ਜੇ। ਇੱਦਾਂ ਨਾ ਹੋਵੇ ਕਿ ਤੁਸੀਂ ਇੱਕ ਵਾਰੀ ਮਾਸਕ ਪਾ ਲਿਆ, ਉਹ ਗੰਦਾ ਹੋ ਗਿਆ, ਉਹਨੂੰ ਧੋਤਾ, ਉਹਨੂੰ ਸੁਕਾਇਆ ਤਾਂ ਉਹਦਾ ਕੁਛ ਹੋਰ ਹੀ ਬਣ ਗਿਆ, ਕੱਪੜਾ ਸੁੰਗੜ ਗਿਆ ਜਾਂ ਫੈਲ ਗਿਆ, ਕੁਛ ਨਾ ਕੁਛ ਹੋ ਗਿਆ ਜਿਹੜਾ। ਕਿਉਂਕਿ ਉਹਨੇ ਦੂਜੀ ਗੱਲ ਆ ਕਿ ਇਹ ਗੰਦਾ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਗੰਦਾ ਮਾਸਕ ਪਾ ਲਿਆ, ਇਨਫੈਕਟਡ ਪਾ ਲਿਆ, ਜਾਂ ਬਾਰ-ਬਾਰ ਇੱਕੋ ਚੀਜ਼ ਨੂੰ ਬਾਰ-ਬਾਰ ਪਾਈ ਗਏ ਆ, ਉਹ ਤੋਂ ਵੀ ਜ਼ਿਆਦਾ ਖਤਰਨਾਕ ਆ ਬਿਨਾਂ ਮਾਸਕ ਵਾਲੇ ਤੋਂ ਵੀ। ਸੋ ਇਹ ਇੱਕ ਗੱਲ ਦਾ ਕਹਿੰਦੇ ਇਸ ਖਿਆਲ ਰੱਖਣਾ ਚਾਹੀਦਾ ਕਿ ਉਹਦੀਆਂ ਜਿਹੜੀਆਂ ਸਟ੍ਰੈਪਸ ਆ ਜਾਂ ਉਹਨੂੰ ਮੂੰਹ ਦੇ ਉੱਤੇ ਇੰਨਾ ਕੁ ਕੰਫਰਟੇਬਲ ਹੋਵੇ ਕਿ ਤੁਹਾਨੂੰ ਬਾਰ-ਬਾਰ ਉਹਨੂੰ ਠੀਕ ਨਾ ਕਰਨਾ ਪਵੇ, ਉਹਨੂੰ ਤੁਹਾਨੂੰ ਬਾਰ-ਬਾਰ ਜਿਹੜਾ ਉਹ ਨਾ ਕਰਨਾ ਪਵੇ ਕਿ ਹੱਥ ਨਾਲ ਹਿਲਾ ਕੇ ਉਹਨੂੰ ਠੀਕ ਕਰਨਾ ਤੁਸੀਂ ਬਾਰ-ਬਾਰ, ਇਸ ਤਰ੍ਹਾਂ ਦਾ ਕੁਛ ਨਾ ਹੋਵੇ, ਵੀ ਉਹਦੀ ਫਰੀਕੁਐਂਟ ਐਡਜਸਟਮੈਂਟ ਨਾ ਹੋਵੇ। ਤੇ ਦੂਜੀ ਗੱਲ, ਉਹਦੇ ਵਿੱਚ ਘੱਟੋ ਘੱਟ ਕੱਪੜੇ ਦੀਆਂ 2 ਲੇਅਰ ਹੋਣੀਆਂ ਚਾਹੀਦੀਆਂ। ਜੇ ਤੁਸੀਂ ਘਰ ਦੇ ਵਿੱਚ ਬਣਾ ਰਹੇ ਹੋ ਜਾਂ ਕੁਛ ਵੀ ਪਾ ਰਹੇ ਹੋ, ਘੱਟੋ ਘੱਟ 2 ਲੇਅਰਸ, ਵੀ ਇੱਕ ਫਿਰ ਉਹਦੇ ਕੰਦਰ, ਔਰ ਉਹ ਬੜੀਆਂ ਟਾਈਟਲੀ ਇੱਕ ਦੂਜੇ ਦੇ ਨਾਲ ਸੀਂਤੀਆਂ ਹੋਣੀਆਂ ਚਾਹੀਦੀਆਂ। ਕੋਈ ਵੀ ਕੱਪੜਾ ਕਹਿੰਦੇ ਕਾਟਨ ਦਾ ਹੋ ਸਕਦਾ ਜਾਂ ਲਾਈਨਨ ਦਾ ਹੋ ਸਕਦਾ, ਉਹ ਕੱਪੜਾ ਯੂਜ਼ ਕੀਤਾ ਜਾ ਸਕਦਾ। ਔਰ ਕਿਹੜੀ ਗੱਲ ਦਾ ਖਿਆਲ ਰੱਖਣਾ ਕਿ ਇਹ ਦੂਜੇ ਦੇ ਨਾਲ ਸ਼ੇਅਰ ਨਹੀਂ ਕਰਨਾ। ਇਹ ਵੀ ਮਾਸਕ ਪਿਆ, ਮੈਂ ਪਾ ਲਿਆ, ਤੇ ਹੁਣ ਫਲਾਣਾ ਘਰੋਂ ਬਾਹਰ ਚੱਲਿਆ ਸੀ, ਉਹ ਕਹਿੰਦਾ ਚਲੋ ਮੈਂ ਪਾ ਲੈਣਾ। ਸ਼ੇਅਰ ਬਿਲਕੁਲ ਨਹੀਂ ਕਰਨਾ। ਇਹ ਕਾਮਨ ਜਿਹੀਆਂ ਗੱਲਾਂ ਨੇ ਔਰ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਦੇਖੀਆਂ ਵੀ ਜਾ ਸਕਦੀਆਂ, ਪਰ ਜਿੰਨੀਆਂ ਕਾਮਨ ਨੇ ਉਨੀਆਂ ਮਹੱਤਵਪੂਰਨ ਵੀ ਨੇ। ਇਹ ਆਮ ਤੌਰ 'ਤੇ ਗਲਤੀਆਂ ਜਿਹੜੇ ਲੋਕ ਕਰਦੇ ਆ ਔਰ ਉਹ ਬਾਅਦ ਦੇ ਵਿੱਚ ਜ਼ਿਆਦਾ ਸਮੱਸਿਆ ਆਉਂਦੀ ਆ ਉਹਦੇ ਨਾਲ। ਦੂਜੀ ਗੱਲ, ਉਹ ਕਹਿੰਦੇ ਜਿਹੜਾ ਤੁਹਾਡੀ ਵਿਜ਼ਨ ਦੇ ਨਾਲ ਇੰਟਰਫੀਅਰ ਨਾ ਕਰੇ। ਕਈ ਵਾਰੀ ਨੱਕ ਤੋਂ ਇੰਨਾ ਉੱਚਾ ਉਹ ਮਾਸਕ ਹੋ ਜਾਂਦਾ ਕਿ ਤੁਹਾਡੀਆਂ ਅੱਖਾਂ ਦੇ ਅੱਗੇ ਆ ਸਕਦਾ। ਤੁਸੀਂ ਡਰਾਈਵ ਕਰ ਰਹੇ ਹੋ ਜਾਂ ਤੁਸੀਂ ਕਿਤੇ ਹੋ ਰਹੇ ਹੋ, ਉਹ ਤੁਹਾਨੂੰ ਦਿਖਣਾ ਬਿਲਕੁਲ ਜਿਹੜਾ ਠੀਕ ਚਾਹੀਦਾ। ਔਰ 2 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਬਿਲਕੁਲ ਨਹੀਂ ਪਾਉਣਾ। ਉਹ ਅੰਡਰ ਦ ਏਜ ਆਫ 2 years ਇਹਨੂੰ ਨਹੀਂ ਯੂਜ਼ ਕਰਨਾ। ਦੂਜੀ ਗੱਲ, ਇਹਦਾ ਜਿਹੜਾ ਮਟੀਰੀਅਲ ਆ, ਜਿਸ ਮਟੀਰੀਅਲ ਤੋਂ ਇਹ ਮਾਸਕ ਬਣਿਆ ਆ, ਉਹ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਕਾਟਨ ਜਾਂ ਲਾਈਨਨ ਦਾ ਹੋ ਸਕਦਾ, ਪਰ ਉਹਦੇ ਵਿੱਚ ਪਲਾਸਟਿਕ ਜਾਂ ਕੋਈ
ਦੂਜੇ ਜਿਹੜੇ ਨੌਨ ਬਰੀਦੇਬਲ ਮਟੀਰੀਅਲਸ ਆ ਕਿ ਉਹ ਸਖਤ ਜੀ ਤਹਿ ਜਿਹਦੇ ਵਿੱਚ ਸਾਹ ਨਹੀਂ ਆ ਸਕਦਾ, ਉਹ ਨਹੀਂ ਉਹਦੇ ਵਿੱਚ ਹੋਣੀ ਚਾਹੀਦੀ, ਜਾਂ ਕੋਈ ਵੀ ਇੱਦਾਂ ਦੀ ਮਤਲਬ ਟੇਪ ਦੇ ਨਾਲ ਜਾਂ ਇਨਅਪਰੋਪਰੀਏਟ ਮਟੀਰੀਅਲ ਦੇ ਨਾਲ ਉਹਨੂੰ ਸਿਕਿਉਰ ਨਹੀਂ ਕੀਤਾ ਹੋਣਾ ਚਾਹੀਦਾ। ਸੋ ਇਸ ਗੱਲ ਦਾ ਖਾਸ ਤੌਰ 'ਤੇ ਖਿਆਲ ਰੱਖਣਾ। ਦੂਜੀ ਗੱਲ, ਉਹਨੂੰ ਈਜ਼ੀਲੀ ਲਾਹਿਆ ਜਾ ਸਕੇ, ਜਿੰਨੀ ਸੌਖਾ ਜੇ ਕਿਤੇ ਲਾਉਣਾ ਪਵੇ ਉਹਨੂੰ ਲਾਹਿਆ ਜਾ ਸਕੇ। ਇੱਦਾਂ ਨਹੀਂ ਕਿ ਉਹ ਇੰਨਾ ਟਾਈਟ ਜਾਂ ਕੋਈ ਉਹਨੂੰ ਇਸ ਤਰੀਕੇ ਨਾਲ ਗੰਢਾਂ ਦੇ ਦਿੱਤੀਆਂ ਜਾਣ ਕਿ ਉਹਨੂੰ ਮੁੜ ਕੇ ਰਿਮੂਵ ਕਰਨਾ ਔਖਾ ਹੋਵੇ, ਮਤਲਬ ਬਿਨਾਂ ਕਿਸੇ ਦੀ ਅਸਿਸਟੈਂਟ ਤੋਂ, ਦੂਜੇ ਬੰਦੇ ਦੀ। ਇਹ ਨਹੀਂ ਵੀ ਅਸਲ ਦੇ ਵਿੱਚ ਉਹਦਾ ਮਤਲਬ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਮੇਰੇ ਪਿੱਛੇ ਨੂੰ ਜ਼ਿਆਦਾ ਟਾਈਟ ਕਰ ਦੇ ਜਾਂ ਇਹਨੂੰ ਫਿੱਟ ਕਰ ਦੇ। ਉਹ ਤੁਹਾਨੂੰ ਆਪਣੇ ਆਪ ਕਿਸੇ ਦੀ ਮਦਦ ਤੋਂ ਬਿਨਾਂ ਤੁਸੀਂ ਉਹਨੂੰ ਕਰ ਸਕਦੇ ਹੋ। ਵੀ ਇਨ ਕੇਸ ਕਿਤੇ ਜਿਹੜੀ ਬਰੀਦਿੰਗ ਦੀ ਟਰਬਲ ਆਉਂਦੀ ਆ ਤਾਂ ਉਸ ਵੇਲੇ ਇੱਦਾਂ ਇਹਨੂੰ ਸਾਂਭਿਆ ਜਾ ਸਕੇ। ਬਹੁਤ ਸਾਰੀਆਂ ਖਬਰਾਂ ਦੋਸਤੋ ਜਿੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਆਉਂਦੀਆਂ ਨੇ, ਉਹਦੇ ਨਾਲ ਇੱਕ ਸਮੱਸਿਆ ਹੋਰ ਆ ਰਹੀ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਚੇ ਜਾਂ ਵੱਡੇ ਵੀ ਘਰਾਂ ਦੇ ਵਿੱਚ ਬੈਠੇ ਅੱਕ ਗਏ ਨੇ, ਹੁਣ ਉਹ ਬਾਹਰ ਜਾ ਰਹੇ ਨੇ। ਬਾਹਰ ਜਾਣ ਦੀਆਂ ਕੀ ਸਮੱਸਿਆਵਾਂ ਨੇ? ਮੰਨ ਲਓ ਕਿਸੇ ਦਾ ਘਰ ਵੱਡਾ ਆ, ਉਹਦੇ ਕੋਲੇ ਬੈਕਯਾਰਡ ਹੈਗੀ ਆ, ਬੈਕਯਾਰਡ ਦੇ ਵਿੱਚ ਬੱਚੇ ਖੇਡ ਸਕਦੇ ਆ, ਉੱਥੇ ਟੱਪ ਸਕਦੇ ਆ, ਇੱਧਰ ਉੱਧਰ ਜਾ ਸਕਦੇ ਆ, ਕਿਉਂਕਿ ਪਾਰਕਾਂ ਅਜੇ ਵੀ ਬੰਦ ਆ। ਸਰੀ ਦੀ ਇੱਕ ਜਿਹੜੀ ਖਾਸ ਖਬਰ ਆ ਕਿ ਟਾਊਨ ਹਾਊਸ, ਤੁਸੀਂ ਜਾਣਦੇ ਹੋ ਟਾਊਨ ਹਾਊਸਿਸ ਕੰਪਲੈਕਸਿਸ ਦੇ ਵਿੱਚ ਜਿਹੜੀ ਲੇਨ ਹੁੰਦੀ ਆ ਕਿ ਇੱਕ ਪਾਸੇ ਇੱਧਰ ਟਾਊਨ ਹਾਊਸ ਆ, ਇੱਧਰ ਟਾਊਨ ਹਾਊਸ ਆ, ਵਿਚਕਾਰ ਜਿਹੜਾ ਰਸਤਾ ਆ, ਉੱਥੇ ਬੱਚੇ ਇੱਕ ਟਾਊਨ ਹਾਊਸ ਕੰਪਲੈਕਸ ਦੇ ਵਿੱਚ ਖੇਡ ਰਹੇ ਸੀ। ਉਹਨਾਂ ਨੂੰ ਉੱਥੇ ਖੇਡਣ ਤੋਂ ਮਨ੍ਹਾ ਕਰ ਦਿੱਤਾ ਕਿ ਤੁਸੀਂ ਇੱਥੇ, ਸਰੀ ਦੇ ਵਿੱਚ ਹੀ ਉਹ ਕੰਪਲੈਕਸ ਹੈਗਾ, ਮੈਂ ਉਹਦਾ ਨਾਂ ਨਹੀਂ ਲੈ ਰਿਹਾ, ਪਰ ਉਹਨਾਂ ਨੇ ਜਿਹੜੇ ਉੱਥੇ ਦੀ ਸਟਾਰਟਾ ਸੀ ਉਹਨਾਂ ਨੇ ਆ ਕੇ ਕਿਹਾ ਕਿ ਜੇ ਬੱਚੇ ਇੱਥੇ ਖੇਡਦੇ ਦਿਖ ਗਏ ਤਾਂ ਅਸੀਂ ਤੁਹਾਨੂੰ $100 ਜੁਰਮਾਨਾ ਕਰਾਂਗੇ। ਹੁਣ ਉਹ ਜਿਹੜੇ ਵਿਅਕਤੀ ਸੀਗੇ, ਉਹ ਕਪਲ ਸੀਗੇ, ਉਹ ਕਹਿੰਦੇ ਅਸੀਂ ਆਪਣੇ ਜਿਹੜਾ ਡਰਾਈਵੇ ਦੇ ਵਿੱਚ ਬੈਠੇ ਹਾਂ, ਡਰਾਈਵੇ ਤੋਂ ਬਾਹਰ ਬੱਚੇ ਕਈ ਵਾਰੀ ਉਹ ਜਿਹੜੀ ਵਿਚਕਾਰ ਲੇਨ ਆ ਉਹਦੇ ਵਿੱਚ ਚਲੇ ਜਾਂਦੇ ਆ, ਕਿਉਂਕਿ ਟਾਊਨ ਹਾਊਸ ਦੇ ਵਿੱਚ ਬੈਕਯਾਰਡ ਜਾਂ ਉਹ ਤਾਂ 3 ਮੀਟਰ ਇੱਧਰ ਨੂੰ 3 ਮੀਟਰ ਇੱਧਰ ਨੂੰ 2 ਮੰਜਿਆਂ ਜੋਗਾ ਹੁੰਦਾ ਆ, ਉੱਥੇ ਬੱਚੇ ਖੇਡ ਨਹੀਂ ਸਕਦੇ। ਬਾਹਰ ਉਹ ਇਕੱਠੇ ਹੋ ਕੇ ਕਈ ਵਾਰੀ ਉਹ ਕੰਪਲੈਕਸ ਦੇ ਵਿੱਚ ਖੇਡਣ ਲੱਗ ਜਾਂਦੇ ਨੇ। ਸੋ ਇੱਕ ਸਟਾਰਟਾ ਨੇ ਉਹਨਾਂ ਨੂੰ ਇਹ ਵੀ ਮਨ੍ਹਾ ਕੀਤਾ ਕਿ ਜੇ ਤੁਸੀਂ ਇੱਥੇ ਖੇਡੋਗੇ ਤਾਂ $100 ਇਹਦਾ ਟਿਕਟ ਮਿਲ ਸਕਦੀ ਹੈ। ਇਸ ਗੱਲ ਨੇ ਬਹੁਤ ਸਾਰੀ ਇੱਕ ਚਿੰਤਾ ਵੀ ਛੇੜੀ ਆ ਵੀ ਹੁਣ ਕੀਤਾ ਕੀ ਜਾਵੇ, ਬੱਚੇ ਕਿੱਥੇ ਜਾਣ, ਲੋਕ ਕਿੱਥੇ ਜਾਣ। ਸੋ ਦੋਸਤੋ ਥੋੜ੍ਹੀ ਜਿਹੀਆਂ ਖਬਰਾਂ ਜਿਹੜੀਆਂ ਸਾਡੇ ਕੋਲ ਇਸ ਕਰੋਨਾ ਵਾਇਰਸ ਦੇ ਨਾਲ ਜੁੜੀਆਂ ਬਹੁਤ ਸਾਰੀਆਂ, ਜਿਵੇਂ ਇੱਕ ਜਿਹੜੀ ਪਿੱਛੇ ਜੇ ਹਾਈਡਰੋਕਸੀ ਕਲੋਰੋਕੁਈਨ ਦੀ ਗੱਲਬਾਤ ਚੱਲੀ ਸੀ ਕੁਝ ਦਿਨ ਪਹਿਲਾਂ, ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਮੈਂ ਪਿਛਲੇ ਕੁਝ ਦਿਨਾਂ ਤੋਂ ਹਾਈਡਰੋਕਸੀ ਕਲੋਰੋਕੁਈਨ ਲੈ ਰਿਹਾ। ਉਸ ਗੱਲ ਨੇ ਚਰਚਾ ਛੇੜ ਦਿੱਤੀ ਸੀ ਬਹੁਤ ਸਾਰੀ, ਵੀ ਇਹ ਹਜੇ ਤੱਕ ਡਾਕਟਰਸ ਨੇ ਇਹਨੂੰ ਪ੍ਰੂਵ ਨਹੀਂ ਕੀਤਾ, ਡਾਕਟਰਸ ਨੇ ਦੱਸਿਆ ਨਹੀਂ ਵੀ ਇਹ ਇਲਾਜ ਹੋ ਸਕਦਾ ਇਹਦੇ ਨਾਲ ਜਾਂ ਨਹੀਂ, ਵੀ ਅਮਰੀਕਾ ਦੇ ਰਾਸ਼ਟਰਪਤੀ ਕਿਉਂ ਲੈ ਰਹੇ। ਉਸ ਗੱਲ ਨੂੰ ਉਹਨਾਂ ਨੇ ਅੱਗੇ ਕਰਦੇ ਹੋਏ ਅੱਜ ਜਿਹੜੀ ਅਪਡੇਟ ਦਿੱਤੀ ਆ, ਉਹ ਕਹਿੰਦੇ ਵੀ 1-2 ਦਿਨ ਹੋਰ ਲੱਗਣੇ ਆ, ਉਹਦੇ ਤੋਂ ਬਾਅਦ ਮੇਰਾ ਇਹਦਾ ਜਿਹੜਾ ਜੋ ਵੀ ਕੋਰਸ ਹੁੰਦਾ ਉਹ ਪੂਰਾ ਹੋ ਜਾਣਾ। ਮੈਂ ਇਹ ਲੈ ਰਿਹਾ ਸੀ ਜਿਹੜੀ ਇਹ ਹੈਗੀ, ਉਹਦੇ ਉੱਤੇ WHO ਨੇ ਜਿਹੜੀ ਗੱਲ ਕੀਤੀ ਹੈ ਵੀ ਇਹਦਾ ਸਾਡੇ ਕੋਲ ਕੋਈ ਵੀ ਜਿਹੜਾ ਅਜੇ ਤੱਕ ਪ੍ਰੂਫ ਨਹੀਂ ਆ ਕਿ ਇਹ ਕੁਛ ਇਹਦੇ ਨਾਲ ਇਲਾਜ ਹੁੰਦਾ ਜਾਂ ਨਹੀਂ ਹੁੰਦਾ। ਪਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਕਿਹਾ ਕਿ ਮੈਂ ਇਹ ਦਵਾਈ ਲੈ ਰਿਹਾ ਔਰ 1-2 ਦਿਨ ਦੇ ਵਿੱਚ ਮੇਰਾ ਉਹ ਖਤਮ ਹੋ ਜਾਣਾ, 1-2 ਦਿਨ ਮੈਂ ਹੋਰ ਲਊਂਗਾ। ਸੋ ਚਾਹੇ ਸੋਸ਼ਲ ਡਿਸਟੈਂਸਿੰਗ ਖਤਮ ਕਰਕੇ ਜਿੱਥੇ ਕਿਤੇ ਨਹੀਂ ਹੋ ਸਕਦਾ, ਮਾਸਕ ਪਾਉਣ ਦੀ ਗੱਲ ਆ, ਰੀਓਪਨਿੰਗ ਦੀ ਗੱਲ ਆ। ਰੀਓਪਨਿੰਗ ਦੇ ਵਿੱਚ ਬਹੁਤ ਸਾਰੇ ਵਾਦ ਵਿਵਾਦ ਚੱਲੇ। ਕੈਲੀਫੋਰਨੀਆ ਦੇ ਵਿੱਚ ਟੈਸਲਾ ਕੰਪਨੀ ਨੇ ਆਪਣੀ ਜਿਹੜੀ ਉਹਨੂੰ ਓਪਨ ਕਰ ਲਿਆ ਸੀ ਕਿ ਅਸੀਂ ਬਾਵਜੂਦ ਇਸ ਗੱਲ ਦੇ ਕਿ ਸਰਕਾਰ ਕਹਿੰਦੀ ਆ ਤੁਸੀਂ ਨਹੀਂ ਖੋਲ੍ਹਣਾ, ਉਹਨਾਂ ਨੇ ਆਪਣਾ ਕੰਮ ਖੋਲ੍ਹ ਦਿੱਤਾ ਸੀ। ਉਹਦੇ ਤੋਂ ਬਾਅਦ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਉੱਥੇ ਕੈਲੀਫੋਰਨੀਆ ਕਾਊਂਟੀ ਦੇ ਉੱਥੇ ਵਿੱਚ, ਕੈਲੀਫੋਰਨੀਆ ਸਟੇਟ ਦੇ ਵਿੱਚ, ਉਸ ਕਾਊਂਟੀ ਦੇ ਵਿੱਚ, ਅਤੇ ਉਹਨਾਂ ਨੇ ਉਹ ਲਾਸੂਟ ਹੁਣ ਵਾਪਸ ਲੈ ਲਿਆ ਕਿਉਂਕਿ ਉਹਨਾਂ ਨੂੰ ਅਥਾਰਟੀਜ਼ ਨੇ ਅਲਾਓ ਕਰ ਦਿੱਤਾ ਕਿ ਤੁਸੀਂ ਥੋੜ੍ਹਾ ਬਹੁਤਾ ਖਿਆਲ ਰੱਖ ਕੇ ਇਹਨੂੰ ਚਲਾ ਸਕਦੇ ਹੋ। ਸੋ ਰੀਓਪਨਿੰਗ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਆਉਣਗੀਆਂ। ਜਦੋਂ ਇਹ ਲੰਬਾ ਚਲੇ ਗਿਆ ਲੋਕਡਾਊਨ, ਉਹਦੇ ਤੋਂ ਬਾਅਦ ਟੈਸਲਾ ਨੇ ਫਰੀਮੌਂਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕੰਪਨੀ ਨੂੰ ਖੋਲ੍ਹ ਦਿੱਤਾ ਸੀ। ਵਿਰੋਧ ਹੋਇਆ, ਉਹਦੇ ਤੋਂ ਬਾਅਦ ਉਹਨਾਂ ਨੇ ਲਾਸੂਟ ਫਾਈਲ ਕੀਤਾ। ਹੁਣ ਉਹਨਾਂ ਨੇ ਖਬਰ ਆ ਰਹੀ ਹੈ ਕਿ ਉਹਨੂੰ ਵਾਪਸ ਲੈ ਲਿਆ ਔਰ ਜਿਹੜੀਆਂ ਸਾਊਦੀ ਅਰੇਬੀਆ ਜਾਂ ਹੋਰ ਗਲਫ ਸਟੇਟਸ ਹੈਗੀਆਂ, ਉਹਨਾਂ ਨੇ ਰੀਇੰਪੋਜ਼ ਜਿਹੜੀਆਂ ਸਟ੍ਰਿਕਟ ਜਿਹੜਾ ਸੀਗੀ ਸਖਤਾਈ, ਉਹਨੂੰ ਦੁਬਾਰਾ ਲਾ ਦਿੱਤਾ ਉੱਥੇ, ਕਿਉਂਕਿ ਰਮਾਦਾਨ ਤੋਂ ਬਾਅਦ ਉੱਥੇ ਕਰੋਨਾ ਵਾਇਰਸ ਦੇ ਕੇਸਿਸ ਅਪ ਹੋ ਗਏ। ਇਹ ਮੈਂ ਗੱਲ ਕਿਉਂ ਕਰ ਰਿਹਾ ਸਾਊਦੀ ਅਰੇਬੀਆ ਜਾਂ ਗਲਫ ਸਟੇਟਸ ਦੀਆਂ, ਇਹ ਇਸ ਕਰਕੇ ਕਰ ਰਹੇ ਹਾਂ ਕਿ ਸਾਡੇ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਇਸ ਵੇਲੇ ਗੱਲ ਕਰ ਰਹੇ ਹਾਂ, ਇੱਥੇ ਵੀ ਰੀਓਪਨਿੰਗ ਹੋ ਰਹੀ ਹੈ। ਹੌਲੀ ਹੌਲੀ ਸਟੈਪ ਕਰਕੇ ਅਸੀਂ ਅੱਗੇ ਵਧ ਰਹੇ ਹਾਂ। ਇੱਥੇ ਵੀ ਕੇਸਿਸ ਵੱਧ ਸਕਦੇ। BC ਵਿੱਚ ਕੱਲ੍ਹ 2 ਕੇਸ ਆ, ਅੱਜ 21 ਕੇਸ ਆ।
ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਧਾ ਹੋ ਸਕਦਾ। ਇਹ ਵੀ ਹੋ ਸਕਦਾ ਕਿ ਇਹ ਰੈਸਟ੍ਰਿਕਸ਼ਨਸ ਦੁਬਾਰਾ ਇੰਪੋਜ਼ ਕਰਨੀਆਂ ਪੈਣ, ਕਿ ਦੁਬਾਰਾ ਫਿਰ ਕਹਿ ਦੇਣ ਕਿ ਵੀ ਭਾਈ ਜਾਓ ਆਪਣੇ ਆਪਣੇ ਘਰਾਂ ਦੇ ਵਿੱਚ, ਦੁਬਾਰਾ ਫਿਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ। ਚੀਨ, ਅਮਰੀਕਾ, ਰਾਸ਼ਟਰਪਤੀ ਟਰੰਪ, WHO, ਇਹ ਰੌਲਾ ਗੋਲਾ ਅਜੇ ਵੀ ਉਸੇ ਤਰ੍ਹਾਂ ਚੱਲ ਰਿਹਾ। ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ, WHO ਨੇ ਫਿਰ ਵਾਰਨਿੰਗ ਦਿੱਤੀ ਹੈ ਹਾਈਡਰੋਕਸੀਕਲੋਰੋਕੁਈਨ ਦੇ ਉੱਤੇ ਕਿ ਇਹਦਾ ਕੋਈ ਵੀ ਸਾਡੇ ਕੋਲ ਨਹੀਂ ਪਤਾ ਲੱਗਿਆ ਕਿ ਇਹਦਾ ਕੋਈ ਇਲਾਜ ਇਹਦੇ ਨਾਲ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੂਜੀ ਗੱਲ, ਇੱਕ ਹੋਰ, ਇਹ ਓਪਨਿੰਗ ਰੀਓਪਨਿੰਗ ਜਾਂ ਜਿਹੜੀ ਦੁਬਾਰਾ ਰੀਇੰਪੋਜ਼ ਕਰਨੀਆਂ ਰੈਸਟ੍ਰਿਕਸ਼ਨਸ, ਇਹਦੇ ਬਾਰੇ ਇੱਕ ਯੂਰਪੀਅਨ ਯੂਨੀਅਨ ਦੇ ਵਿੱਚ ਉੱਥੇ ਦੀ ਬੇਸ ਸਟੱਡੀ ਆਈ ਹੈ। ਉਹ ਸਟੱਡੀ ਇਹ ਕਹਿੰਦੀ ਆ, ਹੋ ਸਕਦਾ ਉਹ ਸਟੱਡੀ ਜਿਹੜੀ ਉਹ ਫਾਰਮੂਲਾ ਸਾਰਿਆਂ ਦੇ ਉੱਤੇ ਲਾਗੂ ਕਰ ਲਿਆ ਜਾਵੇ। ਉਹ ਜਿਹੜੀ ਸਟੱਡੀ ਕੀਤੀ ਆ ਉਹ ਕਹਿੰਦੇ ਕਿ 50 ਡੇਜ਼ ਸ਼ਟਡਾਊਨ ਰੱਖੋ, 50 ਦਿਨ ਸਾਰਾ ਕੁਝ ਬੰਦ ਕਰ ਦਿਓ, ਉਹਦੇ ਤੋਂ ਬਾਅਦ 30 ਦਿਨ ਸਾਰਾ ਕੁਝ ਖੋਲ੍ਹ ਦਿਓ, 1 ਮਹੀਨਾ ਖੋਲ੍ਹ ਦਿਓ। 1 ਮਹੀਨਾ ਖੋਲ੍ਹਣ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਉਹਨੂੰ 50 ਦਿਨ ਲਈ ਬੰਦ ਕਰ ਦਿਓ, ਸੋਲਰ ਵਾਇਰਲੈਸ, ਤੇ ਫਿਰ 30 ਦਿਨ ਲਈ ਉਹਨੂੰ ਖੋਲ੍ਹੋ। ਤੇ ਇਹ ਸਾਰੀ ਜਿਹੜੀ ਇਹ ਰਿਲੈਕਸੇਸ਼ਨ ਆ ਜਾਂ ਰੈਸਟ੍ਰਿਕਸ਼ਨ ਆ, ਇਹਨੂੰ ਉਹਨਾਂ ਚਿਰ ਉਹ ਕਹਿੰਦੇ ਰਿਪੀਟ ਕਰੋ ਜਿੰਨਾ ਚਿਰ ਜਿਹੜਾ ਕੋਈ ਵੀ ਦੇਸ਼ ਆ ਉਹ ਪੈਂਡੈਮਿਕ ਫਰੀ ਨਹੀਂ ਹੋ ਜਾਂਦਾ। ਸੋ ਇੱਕ ਫਾਰਮੂਲਾ ਆ, ਇੱਕ ਉਹਨਾਂ ਦੀ ਬੜੀ ਤਕੜੀ ਇੱਕ ਸਟੱਡੀ ਆ, ਉਹ ਸਟੱਡੀ ਉਹਨਾਂ ਨੇ ਕਰਕੇ ਇਹ ਦੱਸਿਆ ਹੋ ਸਕਦਾ ਕਿ 30 ਕੁ ਦਿਨ ਰਿਆਇਤ ਦੇ ਕੇ ਕੇਸਿਸ ਫੇਰ ਵਧਣ ਲੱਗ ਜਾਣ, 50 ਦਿਨ ਦੇ ਲਈ ਫੇਰ, ਕਿਉਂਕਿ ਇਕੋਨਮੀ ਨੂੰ ਬੰਦ ਨਹੀਂ ਰੱਖਿਆ ਜਾ ਸਕਦਾ। ਸ਼ੁਰੂ ਤੋਂ ਇਹ ਰੌਲਾ ਰੱਪਾ ਪੈ ਰਿਹਾ, ਜਿਨ੍ਹਾਂ ਦੇਸ਼ਾਂ ਦੇ ਵਿੱਚ ਕੋਵਿਡ-19 ਦੇ ਕੇਸਿਸ ਵਧੇ ਆ, ਉੱਥੇ ਵੀ ਇਕੋਨਮੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਸੋ ਇਹ ਇੱਕ ਆਉਣ ਵਾਲਾ ਭਵਿੱਖ ਦੇ ਵਿੱਚ ਫਾਰਮੂਲਾ ਹੋ ਸਕਦਾ, 50 ਦਿਨ ਲੋਕਡਾਊਨ, 30 ਦਿਨ ਰਿਲੈਕਸੇਸ਼ਨ, ਫਿਰ 50 ਦਿਨ ਲੋਕਡਾਊਨ, ਅੰਟਿਲ ਜਿਹੜੀ ਕੋਈ ਵੀ ਕੰਟਰੀ ਉਹ ਪੈਂਡੈਮਿਕ ਫਰੀ ਨਹੀਂ ਹੋ ਜਾਂਦੀ। ਸੋ ਦੋਸਤੋ, ਕੁਛ ਖਬਰਾਂ ਤੁਹਾਡੇ ਨਾਲ ਇਹ ਜਿਹੜੀਆਂ ਸਾਂਝੀਆਂ ਕੀਤੀਆਂ, ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ। ਜਿਹੜੇ ਬਹੁਤ ਸਾਰੇ ਸਟੂਡੈਂਟ ਇਸ ਵੇਲੇ ਇੰਡੀਆ ਦੇ ਵਿੱਚ ਜਿਹੜੇ ਉਹ ਰੁਕੇ ਨੇ, ਉਹਨਾਂ ਨੇ ਇੱਥੇ ਆਉਣਾ ਸੀ। ਤਰੁਣ ਜੀ, ਤੁਹਾਡਾ ਫਿਰ ਤੋਂ ਸਵਾਗਤ ਹੈ। ਤੁਹਾਨੂੰ ਆਵਾਜ਼ ਆ ਰਹੀ, ਤੁਸੀਂ ਸੁਣ ਪਾ ਰਹੇ ਹੋ ਜੀ ਮੈਨੂੰ? ਜੀ ਸਤਿ ਸ਼੍ਰੀ ਅਕਾਲ ਜਸਕਰਨ ਜੀ। ਜੀ ਬਿਲਕੁਲ, ਥੈਂਕ ਯੂ ਸੋ ਮਚ। ਜਸਕਰਨ ਜੀ, ਐਕਚੁਅਲੀ ਇੰਡੀਆ ਤੋਂ ਕਾਫੀ ਸਾਰੇ ਬੱਚਿਆਂ ਦੇ ਸਾਨੂੰ ਫੋਨ ਆਉਂਦੇ ਨੇ। ਪਿਛਲੇ 2-3 ਹਫ਼ਤਿਆਂ ਤੋਂ ਇੰਡੀਆ ਹੁਣ ਥੋੜੀ ਰਿਲੈਕਸੇਸ਼ਨ ਹੋਈ ਹੈ, ਪਰ ਰਿਲੈਕਸੇਸ਼ਨ ਤੋਂ ਬਾਅਦ ਵੀ ਜਿਹੜੇ ਆਇਲ ਸੈਂਟਰ ਨੇ ਹਜੇ ਖੁੱਲ ਨਹੀਂ ਰਹੇ। ਜਦੋਂ ਆਇਲ ਸੈਂਟਰ ਖੁੱਲਣਗੇ ਉਸ ਤੋਂ ਬਾਅਦ ਬੱਚੇ ਜਾ ਕੇ ਉੱਥੇ ਮਹੀਨਾ 2 ਮਹੀਨੇ ਪ੍ਰੈਕਟਿਸ ਕਰਨਗੇ, ਫਿਰ ਆਇਲਸ ਦੇ ਟੈਸਟ ਦੇਣਗੇ। ਉਹਦੇ ਚੱਲਦਿਆਂ ਉਹਨਾਂ ਦਾ ਸੈਪਟੈਂਬਰ ਬੈਚ ਵੀ ਮਿਸ ਹੋ ਸਕਦਾ ਹੈ। ਕਾਫੀ ਸਾਰੇ ਇੱਥੇ ਕਾਲਜ ਨੇ ਜਿਹੜੇ ਮੋਸਟਲੀ ਅਸੀਂ ਆਨਲਾਈਨ, ਜਿਸ ਤਰ੍ਹਾਂ ਅਸੀਂ ਵੀ ਆਪਣੀ ਸਾਰੀ ਸਟੱਡੀਜ਼ ਆਨਲਾਈਨ ਕਰਦੇ ਨੇ, ਪਰ ਅਸੀਂ ਇੱਕ ਬੜੀ ਹੀ ਜ਼ਰੂਰੀ ਸੂਚਨਾ ਜਿਹੜੀ ਹੈ ਉਹ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ ਕਿ ਹੁਣ ਅਸੀਂ ਆਇਲਸ ਦੀ ਬਜਾਏ ਆਪਣਾ ਆਨਲਾਈਨ ਟੈਸਟ ਤਿਆਰ ਕਰਤਾ ਹੈ। ਅੱਛਾ ਜੀ। ਤੇ ਸਟੂਡੈਂਟ ਤੇ ਉਹਨਾਂ ਨੂੰ ਆਇਲਸ ਦੇਣ ਦੀ ਲੋੜ ਨਹੀਂ ਹੈ। ਪਲੱਸ ਗਵਰਨਮੈਂਟ ਵੀ ਇਸ ਚੀਜ਼ ਨੂੰ ਸਪੋਰਟ ਕਰ ਰਹੀ ਹੈ ਕਿ ਜਿਹੜੇ ਬੱਚੇ ਉਹਨਾਂ ਨੂੰ ਪਤਾ ਹੈ ਕਿ ਹਰ ਪਾਸੇ ਕਲੋਜ਼ਰ ਚੱਲ ਰਿਹਾ ਹੈ, ਉਹ ਕਲੋਜ਼ਰ ਚੱਲਦਿਆਂ ਬੱਚਿਆਂ ਲਈ ਬਹੁਤ ਔਖਾ ਹੈ ਉਹ ਟੈਸਟ ਦੇਣਾ। ਸੋ ਉਹ ਸਕੂਲ ਦਾ ਟੈਸਟ ਦੇ ਸਕਦੇ ਨੇ, ਉਹ ਸਾਡਾ ਆਨਲਾਈਨ ਟੈਸਟ ਦੇ ਕੇ, ਆਨਲਾਈਨ ਟੈਸਟ ਕਲੀਅਰ ਕਰਕੇ ਉਹਨਾਂ ਨੂੰ ਐਡਮਿਸ਼ਨ ਮਿਲ ਜਾਏਗੀ। ਐਡਮਿਸ਼ਨ ਮਿਲਦਿਆਂ ਸਾਰੀ ਉਹ ਵੀਜ਼ਾ ਅਪਲਾਈ ਕਰ ਸਕਦੇ ਨੇ। ਸਾਡੀ ਜਿਹੜੀ ਟੀਮ ਹੈ ਇੰਡੀਆ, ਉਹ ਸਾਰੇ ਬੱਚਿਆਂ ਨੂੰ ਫ੍ਰੀ ਆਫ ਕਾਸਟ ਹੈਲਪ ਕਰ ਰਹੀ ਹੈ ਰਾਈਟ ਨਾਓ ਵੀਜ਼ਾ ਐਪਲੀਕੇਸ਼ਨ ਲਈ। ਜਦੋਂ ਉਹਨਾਂ ਦਾ ਵੀਜ਼ਾ ਆ ਜਾਂਦਾ ਹੈ, ਉਹ ਹੁਣ ਇੰਡੀਆ ਹੀ, ਜਿਹੜੀ ਗਵਰਨਮੈਂਟ ਨੇ ਅਨਾਊਂਸਮੈਂਟ ਕੀਤੀ ਹੈ ਕਿ ਉਹ ਇੰਡੀਆ ਹੀ ਆਪਣੀ 50% ਪੜ੍ਹਾਈ ਕਰ ਸਕਦੇ ਨੇ। ਮੰਨ ਲਓ ਕਿ ਜੇ ਕੋਈ 2 ਸਾਲ ਦਾ ਪ੍ਰੋਗਰਾਮ ਕਰਨ ਆ ਰਿਹਾ, ਸੋ 1 ਸਾਲ ਉਹ ਇੰਡੀਆ ਹੀ ਕਰ ਸਕਦਾ ਹੈ, ਉਹਨੂੰ ਆਉਣ ਦੀ ਲੋੜ ਨਹੀਂ ਹੈ। ਤੇ ਜਿਹੜੀ ਉਹ ਪੜ੍ਹਾਈ ਇੰਡੀਆ ਕਰ ਰਿਹਾ, ਪਹਿਲਾਂ ਕੀ ਹੁੰਦਾ ਸੀ, ਜੇ ਤੁਸੀਂ ਆਨਲਾਈਨ ਪੜ੍ਹਦੇ ਹੋ ਤਾਂ ਤੁਹਾਡਾ ਵਰਕ ਪਰਮਿਟ ਇਫੈਕਟ ਹੁੰਦਾ ਸੀ। ਜਿਸ ਤਰ੍ਹਾਂ ਬੱਚਿਆਂ ਨੂੰ 2 ਸਾਲ ਪੜ੍ਹ ਕੇ ਫਿਰ ਵਰਕ ਪਰਮਿਟ ਮਿਲਦਾ ਹੈ, ਉਹ ਇਫੈਕਟ ਹੁੰਦਾ ਸੀ। ਪਰ ਹੁਣ ਗਵਰਨਮੈਂਟ ਨੇ ਜਿਹੜੇ ਨਵੇਂ ਰੂਲਸ ਕੱਢੇ ਨੇ ਕਿ ਜੇ ਤੁਸੀਂ 50% ਪੜ੍ਹ ਲੈਂਦੇ ਹੋ ਇੰਡੀਆ, ਬਾਕੀ 50% ਆ ਕੇ ਕੈਨੇਡਾ ਪੜ੍ਹਦੇ ਹੋ, ਤਾਂ ਵੀ ਤੁਹਾਡਾ ਵਰਕ ਪਰਮਿਟ ਨਹੀਂ ਇਫੈਕਟ ਹੋਏਗਾ। ਬਹੁਤ ਹੀ ਜ਼ਰੂਰੀ ਚੀਜ਼ ਹੈ ਬੱਚਿਆਂ ਲਈ। ਜਸਕਰਨ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਮੈਨੂੰ ਲੱਗਦਾ ਮੇਰੀ ਆਵਾਜ਼ ਤਰੁਣ ਜੀ ਤੱਕ। ਜੀ ਤਰੁਣ ਜੀ, ਇਹ ਜੋ ਕੁਛ ਮਤਲਬ ਇੱਥੇ ਬੱਚਾ ਕੈਂਪਸ ਦੇ ਵਿੱਚ ਆ ਕੇ ਪੜ੍ਹਦਾ ਸੀ, ਹੁਣ ਜਿਹੜਾ ਵਿਚਕਾਰਲਾ ਸਮਾਂ ਆ, ਇਹਦਾ ਮਤਲਬ ਉੱਥੇ ਆਨਲਾਈਨ ਪੜ੍ਹਾਈ ਦੇ ਨਾਲ ਵੀ ਉਹ ਸਾਰਾ ਕੁਝ ਸੇਮ ਹੀ ਰਹੂਗਾ? ਬਿਲਕੁਲ ਜੀ, ਬਿਲਕੁਲ ਆਨਲਾਈਨ ਪੜ੍ਹ ਸਕਦੇ ਨੇ। ਕਾਫੀ ਸਾਰੇ ਸਕੂਲ ਆਲਰੇਡੀ ਉਹਨਾਂ ਨੇ ਮੂਡਲ ਜਿਸ ਤਰ੍ਹਾਂ ਆਨਲਾਈਨ ਅਕਾਊਂਟ ਸ਼ਿਫਟ ਕਰਤੇ ਨੇ। ਅਸੀਂ ਵੀ ਆਪਣੀ ਅਸੀਂ ਤਾਂ, ਮੈਂ ਜਿਸ ਤਰ੍ਹਾਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀਗਾ ਕਿ
ਜਿਸ ਤਰ੍ਹਾਂ ਹੀ ਸਾਨੂੰ ਗਵਰਨਮੈਂਟ ਨੇ ਈਵਨ ਇੱਥੇ ਵੀ ਜਿਹੜੇ ਕੈਂਪਸ ਨੇ ਹਜੇ ਕਲੋਜ਼ ਨੇ, ਗਵਰਨਮੈਂਟ ਨੇ ਹਜੇ ਵੀ ਸਾਨੂੰ ਅਥਾਰਟੀ ਨਹੀਂ ਦਿੱਤੀ ਕਿ ਅਸੀਂ ਖੋਲ ਸਕਦੇ ਹਾਂ ਕੈਂਪਸ। ਸਟਾਫ ਲਈ ਥੋੜੀ ਬਹੁਤ ਹੈ ਕਿ ਸਟਾਫ ਆ ਸਕਦਾ ਹੈ, ਪਰ ਸਟੂਡੈਂਟਸ ਲਈ ਹਜੇ ਵੀ ਉਹ ਜਿਹੜਾ ਪਲਾਨ ਹੈ, ਫੇਜ਼ਿੰਗ ਪਲਾਨ ਉਹ ਰੈਡੀ ਕਰ ਰਹੇ ਨੇ। ਤਾਂ ਜਿਹੜੀ ਸਾਨੂੰ ਗਵਰਨਮੈਂਟ ਵੱਲੋਂ ਈਮੇਲ ਆਈ ਹੈ ਕਿ ਅਗਲੇ 2-3 ਹਫ਼ਤਿਆਂ 'ਚ ਸਾਨੂੰ ਪਲਾਨ ਮਿਲੇਗਾ ਕਿ ਅਸੀਂ ਕਿੱਦਾਂ ਸਕੂਲ ਖੋਲ ਸਕਦੇ ਹਾਂ। ਪਰ ਜਿਹੜੇ ਬੱਚੇ ਵੀ ਓਵਰਸੀਜ਼ ਨੇ, ਕੈਨੇਡਾ ਤੋਂ ਬਾਹਰ ਨੇ, ਉਹ ਆਪਣੀ ਕੰਟਰੀ ਰਹਿ ਕੇ ਹੁਣ ਪੜ੍ਹ ਸਕਦੇ ਨੇ। ਜੀ, ਔਰ ਇੱਕ ਤਰੁਣ ਜੀ, ਜਿਹੜਾ PLC ਕਾਲਜ ਦਾ ਇੱਕ ਐਗਰੀਮੈਂਟ ਹੋਇਆ ਬਹੁਤ ਵੱਡਾ, ਕੈਨੇਡਾ ਦਾ ਸ਼ਾਇਦ ਇੱਕੋ ਇੱਕ ਇੰਸਟੀਚਿਊਟ ਆ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਅਪਡੇਟ ਕਰੋਗੇ ਜੀ? ਬਿਲਕੁਲ ਜੀ, ਮੈਂ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਅਸੀਂ ਕੈਨੇਡਾ ਤੇ ਮੋਰੋਕੋ ਜਿਹੜਾ ਕਿ ਅਫਰੀਕਾ ਵਿੱਚ ਹੈ, ਜੀ ਉਹਨਾਂ ਨਾਲ ਬਹੁਤ ਵੱਡਾ ਐਗਰੀਮੈਂਟ ਸਾਈਨ ਹੋਇਆ ਹੈ। PLC ਇੱਕੋ ਹੀ ਇੰਸਟੀਟਿਊਸ਼ਨ ਹੈ ਕੈਨੇਡਾ ਦੀ ਜਿਹਨੂੰ ਇਹ ਐਗਰੀਮੈਂਟ ਮਿਲਿਆ ਹੈ, ਪਲੱਸ ਐਕਸਕਲੂਸਿਵ ਐਗਰੀਮੈਂਟ ਹੈ। ਇਹਦੇ ਤਹਿਤ ਜਿੰਨੇ ਵੀ ਬੱਚੇ ਮੋਰੋਕੋ ਤੋਂ ਨੇ ਉਹ ਆਉਣਗੇ, ਉਹਨਾਂ ਦੀ ਅਸੀਂ ਪਹਿਲਾਂ ਮੋਰੋਕੋ ਸਟੱਡੀ ਕਰਾਂਗੇ। ਅਸੀਂ ਮੋਰੋਕੋ ਜਾ ਕੇ ਆਪਣਾ ਪੈਸੀਫਿਕ ਲਿੰਕ ਕਾਲਜ ਵੀ ਖੋਲ ਰਹੇ ਹਾਂ। ਸੋ ਗਵਰਨਮੈਂਟ ਨੇ ਸਾਨੂੰ ਇਨਵਾਈਟ ਕੀਤਾ ਉੱਥੇ ਕਾਲਜ ਖੋਲਣ ਲਈ। ਉੱਥੇ ਤਕਰੀਬਨ 20,000 ਚਾਈਲਡ ਕੇਅਰ ਅਸਿਸਟੈਂਟ ਜਿਹੜੇ ਨੇ, EC ਜਿਹੜਾ ਕਿ ਇੱਥੇ ਕਹਿੰਦੇ ਨੇ ਅਸੀਂ ਕੈਨੇਡਾ 'ਚ। ਸੋ ਉੱਥੇ 20,000 ਦੇ ਤਕਰੀਬਨ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਟ੍ਰੇਨ ਕਰਨ ਕੈਨੇਡੀਅਨ ਐਜੂਕੇਸ਼ਨ। ਆਪਣੇ ਸਾਰੇ ਲੋਕਲ ਟੀਚਰਸ ਨੂੰ ਕੈਨੇਡੀਅਨ ਐਜੂਕੇਸ਼ਨ, ਕੈਨੇਡੀਅਨ EC ਐਜੂਕੇਸ਼ਨ ਦੇਣਾ ਚਾਹੁੰਦੇ ਨੇ। ਸੋ ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਨੈਟਵਰਕਿੰਗ ਲਈ ਵੀ ਉਹਨਾਂ ਦੇ ਬੱਚਿਆਂ ਨੂੰ ਉੱਥੇ ਨੈਟਵਰਕਿੰਗ, ਕੰਪਿਊਟਰ ਨੈਟਵਰਕਿੰਗ ਐਂਡ ਸਾਈਬਰ ਸਿਕਿਉਰਿਟੀ ਦੀ ਟ੍ਰੇਨਿੰਗ ਕਰਨ ਲਈ ਕਿਹਾ ਹੈ। ਸੋ ਅਸੀਂ ਉਹਦੇ ਦੇ ਵੀ ਐਕਸਪਲੋਰ ਕਰ ਰਹੇ ਹਾਂ। ਇਹ ਸਾਰੇ ਐਗਰੀਮੈਂਟ ਦੇ ਅੰਦਰ ਮੈਂ ਕਿਊਬੈਕ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ। ਕੈਨੇਡੀਅਨ ਗਵਰਨਮੈਂਟ ਨੇ ਬਹੁਤ ਸਪੋਰਟ ਕੀਤੀ ਹੈ, ਪਲੱਸ ਮੋਰੋਕੋ ਗਵਰਨਮੈਂਟ ਨੇ ਵੀ ਬਹੁਤ ਜ਼ਿਆਦਾ ਸਪੋਰਟ ਹੈ। ਜੀ, ਬਹੁਤ ਖੁਸ਼ੀ ਦੀ ਗੱਲ ਆ ਤਰੁਣ ਜੀ ਇਹ ਸਾਡੇ ਲਈ ਵੀ ਕਿ PLC ਕਾਲਜ ਜਿਹੜਾ ਮੋਰੋਕੋ ਦੇ ਵਿੱਚ ਉਹਨਾਂ ਦਾ ਜਿਹੜਾ ਐਗਰੀਮੈਂਟ ਹੋਇਆ, ਔਰ ਇਹ ਸੱਚਮੁੱਚ ਇੱਕ ਮਾਣ ਵਾਲੀ ਗੱਲ ਆ। ਇਹ ਤੋਂ ਪਹਿਲਾਂ ਕਿ ਅਸੀਂ ਅਗਲੀ ਗੱਲਬਾਤ ਕਰੀਏ, ਸਾਨੂੰ ਥੋੜ੍ਹਾ ਜਿਹਾ ਜਿਹੜੇ ਸਾਡੇ ਦਰਸ਼ਕ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਦੇਖ ਰਹੇ ਆ, ਔਰ ਉਹ ਸਟੂਡੈਂਟ ਜਿਹੜੇ ਇੱਥੇ ਆਉਣਾ ਵੀ ਚਾਹੁੰਦੇ ਆ, ਇੱਕ ਵਾਰੀ ਆਪਣਾ ਕਾਲਜ ਦਾ ਕੈਂਪਸ ਐਡਰੈਸ ਤੇ ਕੰਟੈਕਟ ਨੰਬਰ ਜ਼ਰੂਰ ਸਾਨੂੰ ਦੱਸਿਓ ਜੀ। ਬਿਲਕੁਲ ਜੀ, ਸਾਡੇ ਦੋ ਕੈਂਪਸ ਨੇ, ਇੱਕ ਸਰੀ ਹੈ ਤੇ ਇੱਕ ਬਰਨਬੀ ਵੈਂਕੂਵਰ ਵਿਖੇ ਹੈ। ਸਰੀ ਵਾਲਾ ਕੈਂਪਸ ਗਿਲਫਰਡ ਮਾਲ ਦੇ ਬਿਲਕੁਲ ਸਾਹਮਣੇ ਹੈ। ਐਡਰੈਸ ਹੈ 10090 152 ਸਟਰੀਟ। ਜੇ ਕੋਈ ਇੰਡੀਆ ਤੋਂ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਿਹਾ, ਜੇ ਕੋਈ ਪੰਜਾਬ ਤੋਂ ਰਾਈਟ ਨਾਓ ਕਾਲ ਕਰਨਾ ਚਾਹੁੰਦਾ, ਸਾਡੀ ਟੀਮ, ਸਾਡੇ 2 ਬੰਦੇ ਨੇ ਪੰਜਾਬ 'ਚ, ਤਾਂ ਉਹਨਾਂ ਦਾ WhatsApp ਨੰਬਰ ਹੈ 9915542277। ਤੇ ਜੇ ਉਹ ਇੱਕ ਹੋਰ ਕੈਨੇਡਾ ਦਾ ਨੰਬਰ ਵੀ ਮੈਂ ਨਾਲ ਹੀ ਦੇ ਦੇਣਾ, ਜੇ ਕੋਈ ਇੰਡੀਆ ਦੇ ਨੰਬਰ 'ਚ ਨਹੀਂ ਕਿਸੇ ਦਾ ਫੋਨ ਮਿਲ ਪਾਉਂਦਾ ਤਾਂ ਉਸ ਕੈਨੇਡਾ ਦੇ ਫੋਨ ਨੰਬਰ ਤੇ ਕਰ ਸਕਦਾ ਹੈ। ਕੈਨੇਡਾ ਦਾ ਫੋਨ ਨੰਬਰ ਹੈ 6047294673। ਜੀ ਤਰੁਣ ਜੀ, ਉੱਥੇ ਕੋਈ ਮਿਲਣਾ ਚਾਹੁੰਦਾ ਉੱਥੇ ਤੁਹਾਡੀ ਟੀਮ ਨੂੰ, ਜਾਂ ਕਿਉਂਕਿ ਮਿਲਣਾ ਇਸ ਵੇਲੇ ਸ਼ਾਇਦ ਪੋਸੀਬਲ ਨਹੀਂ ਉੱਥੇ ਲੋਕਡਾਊਨ ਕਰਕੇ, ਫੋਨ ਤੇ ਗੱਲਬਾਤ ਕਰਨਾ ਚਾਹੁੰਦਾ, ਤੁਸੀਂ ਗਾਈਡ ਕਰ ਸਕਦੇ ਹੋ ਉਹਨਾਂ ਨੂੰ ਵੀ ਆਉਣ ਵਾਲਾ ਪ੍ਰੋਸੈਸ ਕੀ ਹੈ, ਜਾਂ ਜਨਰਲ ਜਿਹੜੇ ਕੁਐਸਚਨ ਹੁੰਦੇ ਆ ਇਹ ਸਾਰੀ ਪੈਂਡੈਮਿਕ ਤੋਂ ਬਾਅਦ ਕੀ ਹੋਣਾ ਜੀ? ਬਿਲਕੁਲ ਜੀ, ਬਿਲਕੁਲ। ਸਾਡੀ ਟੀਮ ਰੈਗੂਲਰ, ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ। ਮੈਂ ਉਹਨਾਂ ਨੂੰ ਹਰ ਇੱਕ ਚੀਜ਼ ਰੈਗੂਲਰ ਅਪਡੇਟ ਹੋ ਰਹੀ ਹੈ। ਪਲੱਸ ਕੋਈ ਵੀ ਜੇ ਪੰਜਾਬ ਤੋਂ ਉਹਨਾਂ ਨੂੰ ਫੋਨ ਕਰਨਾ ਚਾਹੁੰਦਾ, ਇਸ ਫੋਨ ਨੰਬਰ ਤੇ ਫੋਨ ਕਰ ਸਕਦਾ ਹੈ। ਉਹਨਾਂ ਨੂੰ ਉਸੇ ਟਾਈਮ ਕਾਉਂਸਲਿੰਗ A to Z, ਈਵਨ ਉਹ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਉਹ ਵੀਜ਼ਾ ਲਈ ਵੀ, ਜਿਹੜਾ ਆਨਲਾਈਨ ਵੀਜ਼ਾ ਐਪਲੀਕੇਸ਼ਨ ਆ, ਉਹਦੇ ਲਈ ਵੀ ਅਸਿਸਟੈਂਟ ਕਰ ਰਹੇ ਨੇ, ਕਿਉਂਕਿ ਉਹ ਰਾਈਟ ਨਾਓ ਬੱਚਿਆਂ ਨੂੰ ਅਸੀਂ ਜਿੰਨੀ ਵੀ ਹੈਲਪ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ, ਤਾਂ ਕਿ ਉਹ ਉਹਨਾਂ ਦੀ ਸਟੱਡੀਜ਼ ਇਫੈਕਟ ਨਾ ਹੋਣ। ਤਰੁਣ ਜੀ, ਇੱਥੇ ਜਿਹੜੇ PLC ਕਾਲਜ ਦੇ ਕੈਂਪਸਸ ਵਿੱਚ ਵੱਖ-ਵੱਖ ਸਟੂਡੈਂਟ ਪੜ੍ਹ ਰਹੇ ਸੀ, ਉਹਨਾਂ ਦੀ ਇਸ ਵੇਲੇ ਕੀ ਸਿਚੁਏਸ਼ਨ ਹੈ ਜੀ? ਜਿਸ ਕਾਰਨ ਜੀ ਉਹ ਵੀ ਸਟੂਡੈਂਟ ਹੁਣ ਸਾਰੇ ਆਨਲਾਈਨ ਹੀ ਪੜ੍ਹ ਰਹੇ ਨੇ। ਸਾਰੇ ਆਪਣੇ ਘਰੇ ਬਹਿ ਕੇ ਮੂਡਲ ਅਕਾਊਂਟ ਥਰੂ, ਸਾਡਾ ਜਿਹੜਾ ਮੂਡਲ ਅਕਾਊਂਟ ਹੁੰਦਾ ਹੈ ਉਹ ਸਪੈਸੀਫਿਕਲੀ ਐਜੂਕੇਸ਼ਨ ਸੈਕਟਰ ਲਈ ਹੁੰਦਾ ਹੈ। ਉਸ ਅਕਾਊਂਟ ਥਰੂ ਘਰੇ ਬਹਿ ਕੇ ਪੜ੍ਹ ਸਕਦੇ ਨੇ। ਸਾਨੂੰ ਆਲਰੇਡੀ ਅਗਸਤ ਐਂਡ ਤੱਕ ਅਥਾਰਟੀ ਮਿਲੀ ਹੋਈ ਹੈ ਕਿ ਤੁਸੀਂ ਆਨਲਾਈਨ ਕਲਾਸਿਸ ਕਰ ਸਕਦੇ ਹੋ। ਜਿਹੜੀ ਆਨਲਾਈਨ ਕਲਾਸਿਸ ਨੇ, ਗਵਰਨਮੈਂਟ, ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਦੱਸ ਰਹੇ ਸੀਗੇ ਕਿ BC ਨੇ ਜਿਸ ਤਰ੍ਹਾਂ ਰੀਓਪਨਿੰਗ ਫੇਸ ਕਰ ਰਹੇ ਨੇ, ਤਾਂ ਰੀਓਪਨਿੰਗ ਫੇਸ 'ਚ ਉਹ ਦੇਖ ਰਹੇ ਨੇ ਕਿ ਜੇ ਤਾਂ ਕਰੋਨਾ ਵਾਇਰਸ ਨਹੀਂ ਫੈਲਦਾ, ਰਾਈਟ, ਸਸਟੇਨ ਰਹਿੰਦਾ ਹੈ, ਫਿਰ ਤਾਂ ਉਹ ਥੋੜ੍ਹੀਆਂ ਹੋਰ ਰਿਲੈਕਸੇਸ਼ਨਸ ਕਰ ਸਕਦੇ ਨੇ। ਜੇ ਉਹ ਫੈਲੇਗਾ ਤਾਂ ਸਾਨੂੰ ਜਿਹੜੀਆਂ ਇੰਸਟਰਕਸ਼ਨਸ ਮਿਲੀਆਂ ਨੇ ਕਿ ਸ਼ਾਇਦ ਇਹ ਹੋਰ ਐਕਸਟੈਂਡ ਵੀ ਕਰ ਸਕਦੇ ਹੋ ਤੁਸੀਂ ਆਨਲਾਈਨ। ਸੋ ਰਾਈਟ ਨਾਓ ਸਾਨੂੰ ਅਗਸਤ ਤੱਕ ਐਕਸਟੈਂਸ਼ਨ ਮਿਲੀ, ਅਗਸਤ ਤੱਕ ਆਨਲਾਈਨ ਕਲਾਸਾਂ ਡਿਲੀਵਰ ਕਰਨ ਦਾ ਇੰਸਟਰਕਸ਼ਨ ਮਿਲੀ ਹੋਈ ਹੈ, ਪਰ ਅਗਸਤ 'ਚ ਸਾਨੂੰ ਜੋ ਐਕਸਟੈਂਡ ਕਰਦੇ ਨੇ ਫਿਰ ਉਹ ਉਸ ਟਾਈਮ ਤੇ ਡਿਪੈਂਡ ਕਰੇਗਾ।
ਤਰੁਣ ਜੀ, ਇੱਕ ਇੱਥੇ PLC ਕਾਲਜ ਦੀ ਯੂਨੀਵਰਸਿਟੀ ਦੇ ਨਾਲ ਜਿਹੜੀ ਇੱਕ ਰੈਕੋਗਨੀਸ਼ਨ ਜਾਂ ਟਾਈ ਅਪ ਹੋਇਆ, ਉਹਦੇ ਬਾਰੇ ਸਾਨੂੰ ਅਪਡੇਟ ਕਰੋਗੇ ਜੀ? ਬਿਲਕੁਲ ਜੀ, ਉਹ ਵੀ ਇੱਕ ਬਹੁਤ ਹੀ ਸਾਰੇ ਬੱਚਿਆਂ ਲਈ, ਸਾਡੇ ਸਟਾਫ ਲਈ, ਸਾਰਿਆਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ। ਇੱਥੇ ਸਾਡੇ BC ਵਿੱਚ ਹੀ ਸਰੀ ਦੇ ਲਾਗੇ ਲੈਂਗਲੀ ਵਿੱਚ ਬਹੁਤ ਹੀ ਵੱਡੀ ਯੂਨੀਵਰਸਿਟੀ ਹੈ, ਬਹੁਤ ਪੁਰਾਣੀ ਹੈ, ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ। ਜੀ ਜੀ। ਉਹਨਾਂ ਨਾਲ ਸਾਡਾ ਬਹੁਤ ਹੀ ਸਪੈਸ਼ਲ ਐਗਰੀਮੈਂਟ ਸਾਈਨ ਹੋਇਆ ਹੈ। ਅੱਛਾ। ਜਿਹੜੇ ਵੀ ਬੱਚੇ ਇੰਡੀਆ ਤੋਂ ਆਉਂਦੇ ਨੇ ਜਾਂ ਇੰਡੀਆ ਤੋਂ ਕਿਤੋਂ ਵੀ ਆਉਂਦੇ ਨੇ, ਉਹ ਸਾਡੇ ਕੋਲ ਪੜ੍ਹ ਰਹੇ ਨੇ, ਉਹ ਪਹਿਲਾ ਸਾਲ ਪੜ੍ਹ ਕੇ ਉਸ ਤੋਂ ਬਾਅਦ ਜੇ ਉਹ ਕੋਆਪ ਕਰਨਾ ਚਾਹੁੰਦੇ ਨੇ ਤਾਂ ਕੰਮ ਕਰ ਸਕਦੇ ਨੇ ਫੁੱਲ ਟਾਈਮ। ਜੇ ਨਹੀਂ ਕਰਨਾ ਚਾਹੁੰਦੇ ਤਾਂ ਪਹਿਲਾ ਸਾਲ ਸਾਡਾ ਡਿਪਲੋਮਾ ਖਤਮ ਕਰਕੇ ਉਹ ਡਾਇਰੈਕਟਲੀ ਹੀ 3rd ਈਅਰ 'ਚ ਜਾ ਸਕਦੇ ਨੇ ਯੂਨੀਵਰਸਿਟੀ। ਸੋ ਉੱਥੇ ਯੂਨੀਵਰਸਿਟੀ 2 ਸਾਲ ਹੋਰ ਖਤਮ ਕਰਕੇ, ਸੋ ਬੇਸਿਕਲੀ 3 ਸਾਲਾਂ ਵਿੱਚ ਉਹ ਯੂਨੀਵਰਸਿਟੀ ਡਿਗਰੀ ਲੈ ਸਕਦੇ ਨੇ, ਤੇ ਡਿਗਰੀ ਲੈਣ ਤੋਂ ਬਾਅਦ ਫਿਰ ਆਪਣਾ ਉਹ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਵੈਸਟਰਨ ਯੂਨੀਵਰਸਿਟੀ ਲੈਂਗਲੀ ਦੇ ਵਿੱਚ ਹੈ ਜੀ? ਹਾਂਜੀ ਜੀ। ਬੱਚਿਆਂ ਨੂੰ ਇੱਕ ਹੋਰ ਬਹੁਤ ਫਾਇਦਾ ਹੈ ਕਿ ਉਹ ਇਹ 3 ਸਾਲਾਂ 'ਚ ਉਹਨੂੰ ਖਾਲੀ ਡਿਗਰੀ ਨਹੀਂ, ਉਹਨਾਂ ਨੂੰ ਡਿਪਲੋਮਾ ਤੇ ਡਿਗਰੀ ਦੋਨੇ ਮਿਲ ਰਹੇ ਨੇ ਜੀ। ਤੇ PLC ਕਾਲਜ ਵਿੱਚ ਕੋਰਸਿਸ ਕਿਹੜੇ ਨੇ ਜਿਨ੍ਹਾਂ ਲਈ ਮੋਸਟਲੀ ਬੱਚੇ ਆਉਂਦੇ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ, ਕਿਸ ਫੀਲਡ ਦੇ ਵਿੱਚ ਆ ਸਕਦੇ ਨੇ ਪੰਜਾਬ ਤੋਂ ਜੀ? ਸਾਡੇ ਕੋਲ ਪਹਿਲਾਂ ਬਿਜ਼ਨਸ, ਹੌਸਪਿਟੈਲਿਟੀ, ਟੂਰਿਜ਼ਮ ਦੇ ਕੋਰਸਿਸ ਸੀ। ਹੁਣ ਪਿਛਲੇ ਹੀ ਮਹੀਨੇ ਸਾਨੂੰ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੋਰਸ ਵੀ ਸਾਡੇ ਕੋਲ ਨਵਾਂ ਆ ਗਿਆ ਹੈ। ਉਸ ਤੋਂ ਬਾਅਦ ਸਾਡੇ ਕੋਲ ਕਾਸਮੈਟੋਲੋਜੀ ਕੋਰਸ ਹੈ। ਚਾਈਲਡ ਕੇਅਰ ਦਾ ਕੋਰਸ ਅੱਜ ਕੱਲ੍ਹ ਬਹੁਤ ਚੱਲ ਰਿਹਾ ਹੈ, ਕਿਉਂਕਿ ਚਾਈਲਡ ਕੇਅਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ, ਤੇ ਕੋਈ ਵੀ ਬੱਚਾ ਜੇ ਚਾਈਲਡ ਕੇਅਰ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ। ਤੇ ਇਹ 12 ਕਰਨ ਤੋਂ ਬਾਅਦ ਅਪਲਾਈ ਕੀਤਾ ਜਾ ਸਕਦਾ ਜਾਂ ਉੱਥੇ ਦੀ ਜਿਹੜੀ ਮਤਲਬ 15 ਸਾਲ BA BCom ਕਰਨ ਤੋਂ ਬਾਅਦ ਜ਼ਿਆਦਾ ਠੀਕ ਰਹਿੰਦਾ ਜੀ? ਸਾਡੇ ਕੋਲ ਦੋਨਾਂ ਲਈ, ਜਿਹੜੇ ਬੱਚੇ 12ਵੀਂ ਤੋਂ ਬਾਅਦ ਆਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਪ੍ਰੋਗਰਾਮ ਨੇ, ਜਿਹੜੇ ਡਿਗਰੀ ਕਰਨ ਤੋਂ ਬਾਅਦ ਆ ਰਹੇ ਨੇ ਉਹਨਾਂ ਲਈ ਥੋੜੇ ਹਾਈ ਲੈਵਲ ਪ੍ਰੋਗਰਾਮ ਨੇ, ਪਰ ਸਾਡੇ ਕੋਲ ਸਾਰਿਆਂ ਲਈ ਹੀ ਪ੍ਰੋਗਰਾਮ ਹੈ। ਬੱਚਿਆਂ ਨੂੰ ਹਾਲੇ ਇਹੀ ਮੇਕ ਸ਼ੋਰ ਕਰਨਾ ਹੈ ਕਿ ਜੋ 12ਵੀਂ ਤੋਂ ਬਾਅਦ ਆ ਰਹੇ ਨੇ ਤਾਂ ਉਹਨਾਂ ਦੇ ਘੱਟੋ ਘੱਟ 65% ਨੰਬਰ ਹੋਣ, ਜੇ ਡਿਗਰੀ ਤੋਂ ਬਾਅਦ ਆ ਰਹੇ ਨੇ ਤਾਂ ਘੱਟੋ ਘੱਟ 60% ਨੰਬਰ ਹੋਣੇ ਚਾਹੀਦੇ ਨੇ। ਤਰੁਣ ਜੀ, ਇੱਕ ਵਾਰੀ ਫਿਰ ਸਾਨੂੰ ਆਇਲਟਸ ਬਾਰੇ ਜਿਹੜੀ ਇੱਕ ਰਿਲੈਕਸੇਸ਼ਨ ਦਿੱਤੀ ਆ, ਉਹਦੇ ਬਾਰੇ ਪਲੀਜ਼ ਇੱਕ ਵਾਰੀ ਫਿਰ ਅਪਡੇਟ ਕਰਿਓ ਜੀ, ਜਿਹੜੇ ਸਾਡੇ ਦਰਸ਼ਕ ਬਾਅਦ 'ਚ ਜੁੜੇ ਨੇ। ਆਇਲਸ ਦਾ ਹੁਣ ਬੱਚਿਆਂ ਨੂੰ ਆਇਲਸ ਕਰਨ ਦੀ ਫਿਲਹਾਲ ਜਿਹੜਾ ਖਾਸ ਕਰ ਸਤੰਬਰ ਸੈਸ਼ਨ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਕਿ ਬੱਚੇ ਆਨਲਾਈਨ ਇੰਡੀਆ ਤੋਂ ਹੀ ਕਲਾਸ ਸ਼ੁਰੂ ਕਰ ਸਕਦੇ ਨੇ, ਉਹਨਾਂ ਸਾਰੇ ਬੱਚਿਆਂ ਲਈ ਜਿਹੜੀ ਐਡਮਿਸ਼ਨ ਹੈ ਉਹਦੀ ਆਇਲਸ ਦੀ ਲੋੜ ਨਹੀਂ ਹੈ। ਉਹ ਸਾਡਾ ਆਨਲਾਈਨ ਟੈਸਟ ਕਰ ਸਕਦੇ ਨੇ, ਸਾਨੂੰ ਕੰਟੈਕਟ ਕਰਨ, ਅਸੀਂ ਉਹਨਾਂ ਨੂੰ ਕੋਡਸ ਭੇਜਾਂਗੇ, ਉਹ ਆਨਲਾਈਨ ਘਰੇ ਬਹਿ ਕੇ ਹੀ ਟੈਸਟ ਕਰ ਸਕਦੇ ਨੇ। ਟੈਸਟ ਕਰਨ ਤੋਂ ਬਾਅਦ ਜੇ ਉਹ ਪਾਸ ਹੁੰਦੇ ਨੇ ਟੈਸਟ, ਤਾਂ ਉਹ ਉਹਨਾਂ ਨੂੰ ਐਡਮਿਸ਼ਨ ਮਿਲ ਜਾਏਗੀ, ਪਲੱਸ ਉਹ ਲੇਟਰ ਔਨ ਸਾਡੇ ਜਿਹੜਾ ਇੰਡੀਆ ਸਟਾਫ ਹੈ ਉਹਨਾਂ ਨੂੰ ਵੀਜ਼ਾ ਲਈ ਵੀ ਹੈਲਪ ਕਰ ਸਕਦੇ। ਉਹਦੀ ਲਈ ਵੈਬਸਾਈਟ ਕਿਹੜੀ ਹੈ, ਕਿੱਥੇ ਪਤਾ ਕਰ ਸਕਦੇ, ਉਹਦੀ ਫੀਸ ਕਿੰਨੀ ਕੁ ਹੁੰਦੀ ਹੈ ਜੀ? ਜੇ ਕਿਸੇ ਨੇ ਈਮੇਲ ਕਰਨੀ ਹੈ ਤਾਂ ਉਹ ਕਰ ਸਕਦੇ ਨੇ info@plvan.com, info@plvan.com। ਜੇ ਉਹਨਾਂ ਨੇ ਵੈਬਸਾਈਟ ਦੇਖਣੀ ਹੈ ਤਾਂ ਸਾਡੀ ਵੈਬਸਾਈਟ ਤੇ ਜਾ ਸਕਦੇ ਨੇ www.plvan.com। ਜੀ ਤਰੁਣ ਜੀ, ਆਖਰ ਦੇ ਵਿੱਚ ਕੋਈ ਸੁਨੇਹਾ ਸਾਡੇ ਜਿਹੜੇ ਦਰਸ਼ਕ ਇੱਥੇ ਦੇਖ ਰਹੇ ਔਰ ਪਰਟੀਕੁਲਰਲੀ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਉਹ ਵਿਦਿਆਰਥੀ ਜਿਹੜੇ ਇੱਥੇ ਪੜ੍ਹਨ ਆਉਣਾ ਚਾਹੁੰਦੇ ਆ, ਉਹਨਾਂ ਦੇ ਲਈ ਕੋਈ ਸੁਨੇਹਾ ਜੀ? ਮੈਂ ਸਾਰੇ ਬੱਚਿਆਂ ਨੂੰ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਕਿ ਗਵਰਨਮੈਂਟ ਦੀ ਇੰਸਟਰਕਸ਼ਨਸ ਨੇ ਕਿ ਲਾਕਡਾਊਨ ਹੈ ਜਾਂ ਲਾਕਡਾਊਨ ਤੋਂ ਬਾਅਦ ਵੀ ਸਾਰਿਆਂ ਦਾ ਬਾਹਰ ਨਿਕਲਣਾ ਥੋੜ੍ਹਾ ਜਿਹਾ ਟ੍ਰਿਕੀ ਹੈ, ਕਿਉਂਕਿ ਲੋਕ ਡਰੇ ਵੀ ਹੋਏ ਨੇ। ਸੋ ਇਸ ਕਰਕੇ ਜਿਹੜੀ ਗਵਰਨਮੈਂਟ ਨੇ ਇਸ ਟਾਈਮ ਜਿਹੜੀ ਉਹਨਾਂ ਦੀ ਨਿਊਜ਼ ਲਾਈਨ ਹੈ ਜਾਂ ਜਿਹੜੀ ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਨੇ ਕਿ ਇੰਡੀਆ ਰਹਿ ਕੇ, ਆਪਣੇ ਘਰੇ ਰਹਿ ਕੇ ਜਿਹੜਾ ਤੁਸੀਂ ਪੜ੍ਹਾਈ ਕਰ ਸਕਦੇ ਹੋ, ਉਹ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਜੇ ਬੱਚੇ ਇੰਡੀਆ ਰਹਿ ਕੇ ਕਰਨਗੇ ਉਹਨਾਂ ਦਾ ਕੋਈ ਇਫੈਕਟ ਉਹਨਾਂ ਦੀ PR ਤੇ ਜਾਂ ਉਹਨਾਂ ਦੇ ਵਰਕ ਪਰਮਿਟ ਤੇ ਨਹੀਂ ਹੋਏਗਾ, ਸਗੋਂ ਇੰਡੀਆ ਰਹਿ ਕੇ, ਆਪਣੇ ਘਰ ਵਿੱਚ ਰਹਿ ਕੇ, ਆਪਣੀ ਫੈਮਿਲੀ ਨਾਲ ਰਹਿ ਕੇ ਪੜ੍ਹ ਸਕਦੇ ਨੇ, ਜ਼ਿਆਦਾ ਸਪੋਰਟ ਮਿਲੇਗੀ, ਪੈਸੇ ਵੀ ਬਚਣਗੇ, ਤਾਂ ਉਹ ਸੇਮ ਪੜ੍ਹਾਈ ਇੰਡੀਆ ਰਹਿ ਕੇ ਕਰ ਸਕਦੇ ਨੇ। ਆਖਰੀ ਵਾਰ ਕੰਟੈਕਟ ਇਨਫੋਰਮੇਸ਼ਨ ਤਰੋ ਜੀ PLC ਦੀ। ਇੰਡੀਆ ਦਾ ਜਿਹੜਾ ਨੰਬਰ ਹੈ ਉੱਤੇ ਸਾਰੇ ਦਰਸ਼ਕ ਕੰਟੈਕਟ ਕਰ ਸਕਦੇ ਨੇ 9915542277। ਤੇ ਸਾਡਾ ਕੈਨੇਡਾ ਦਾ ਜਿਹੜਾ WhatsApp ਨੰਬਰ ਹੈ ਉਹ ਹੈ 6047294673। ਤਰੁਣ ਜੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਅਸੀਂ ਤੁਹਾਨੂੰ ਫਿਰ ਤਕਲੀਫ ਦੇਵਾਂਗੇ, ਫਿਰ ਗੱਲਬਾਤ ਜ਼ਰੂਰ ਕਰਾਂਗੇ। ਬਹੁਤ ਸਾਰੇ ਇਸ ਸਮੇਂ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਦਰਸ਼ਕ ਮੰਗਦੇ ਨੇ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜਸਕਰਨ ਜੀ। ਆਲ ਰਾਈਟ, ਥੈਂਕ ਯੂ ਜੀ।
दोस्तों ये सन तरन खुल्लर जी, वाइस प्रेजिडेंट PLC कॉलेज सरी बर्नवी कैंपस, बहुत इत्थों का प्रसिद्ध कॉलेज आ। बहुत सारे लोग आते हैं इत्थे, विद्यार्थी जिहड़े खास तौर पर पंजाब तो इंडिया तो पढ़न आते हैं और बड़ियां इत्थे आके बड़ी चंगियां थावां दे उत्ते वो सैट हुंदे ने। ये भी एक जिहड़ियां इन्हां ने प्राप्तियां मोराक्को दे विच ट्रिनिटी यूनीवर्सिटी दे नाल इत्थे लैंगली दे विच जिहड़ी इन्हां ने टाई अप दस्सिया, वो भी बहुत एक इस इंस्टीट्यूशन की क्रेडिबिलिटी करके ये इन्हां नूं चीज़ां मिलियां ने। तुसीं PLC कॉलेज गूगल PLC कॉलेज सरी बर्नवी जां तुसीं वैबसाइट ते इन्हां दी जाके पता कर सकते हो। सो दोस्तों प्रोग्राम के अगले हिस्से में असीं गलबात करनी है डॉक्टर प्रगट सिंह पुरजी होणां दे नाल। बहुत सारे सवाल, बहुत सारियां गल्लां बातां इस वेले की कित्थे असीं खड़े आ, अपडेट की आ, और खास करके इस मास्क वाले मामले दे विच जिहड़ी अज नवीं खबर आई है कैनेडा दे विच कि जिथे सोशल डिस्टेंसिंग नहीं रखी जा सकती उत्थे मास्क पा लो। किन्ना क मास्क पाउण दा फायदा हुंदा ते फायदे दे नाल जिहड़ी दूजी गल बार बार आ रही है कि तुसीं बार बार मास्क नूं टच करदे हो, मास्क इन्फैक्टेड हो सकदा, मास्क गंदा हो सकदा, ब्रीदिंग की प्रॉब्लम हो सकती है। वो सारी जिहड़ी वर्ल्ड वाइड एक डिबेट चल रहा है, जिहड़ी कंट्रोवर्सी चल रही है, उस समय दे विच मास्क नूं किद्दां देखिया जा रहा है, क्योंकि गल बड़ी सधारण जी है पर इन्नी सधारण नहीं है। ये उत्ते बहुत डिबेट, बहुत रौला रप्पा पै रहा। कुछ लोग मास्क के हक विच ने, कुछ लोग मास्क के हक विच नहीं ने। हुण जे सोशल डिस्टेंसिंग असीं कहने हैं तो बसां दे विच फिर सोशल डिस्टेंसिंग किद्दां रखी जाऊगी। पंजाब दे विच भी ये बहुत वड्डा सवाल सी, क्योंकि असीं हर वेले कैनेडा पंजाब की गलबात करते हैं। उत्थे जिहड़ी पहली बस चली उहदी तस्वीर जारी हुई सी, उहदे विच सीटां दे उत्ते उन्होंने डिफरेंट बिठाए भी, जे एक 3 वाली सीट आ उहदे उत्ते एक ते दूजा फिर ਉਹਦੇ अपोजिट ਜਿਹੜੀ 2 वाली सीट ਹੁੰਦੀ ਉਹਦੇ ਤੇ ਇੱਕ, ਫਿਰ ਇਧਰਲੀ ਸੀਟ ਦੇ ਉੱਤੇ ਇੱਕ, ਇੱਦਾਂ ਉਹਨਾਂ ਨੇ ਕਰਕੇ ਪੂਰੀ ਬੱਸ ਦੇ ਵਿੱਚ ਸਿਰਫ 30 ਸਵਾਰੀਆਂ ਬਿਠਾਈਆਂ। ਕਿੰਨਾ ਚਿਰ ਉਹ ਰਹਿੰਦਾ ਉੱਥੇ ਸੋਸ਼ਲ ਡਿਸਟੈਂਸਿੰਗ ਪਤਾ ਨਹੀਂ। ਇੱਥੇ ਇਦਾਂ ਦਾ ਕੁਝ ਵੀ ਨਹੀਂ ਆ। ਇੱਥੇ ਜਿਹੜੀ ਹੁਣ ਸਲਾਹ ਦਿੱਤੀ ਗਈ ਕਿ ਉੱਥੇ ਤੁਸੀਂ ਜੇਕਰ ਨਹੀਂ ਸੋਸ਼ਲ ਡਿਸਟੈਂਸ ਰੱਖ ਸਕਦੇ ਤਾਂ ਫਿਰ ਮਾਸਕ ਪਾਉਣਾ ਜਿਹੜਾ ਜ਼ਰੂਰੀ ਆ। ਮਤਲਬ ਉਹਨਾਂ ਨੇ ਮੈਂਡੇਟਰੀ ਨਹੀਂ ਕੀਤਾ ਪਰ ਰਿਕਮੈਂਡ ਕੀਤਾ ਕਿ ਇਹਦੀ ਵਰਤੋਂ ਕਰ ਲਓ। ਸੋ ਡਾਕਟਰ ਪ੍ਰਗਟ ਸਿੰਘ ਪੁਰਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਤੋਂ ਇਹਦੇ ਸੰਬੰਧੀ ਅਪਡੇਟ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਸ ਇੱਕ ਮਾਸਕ ਦੀ ਅੱਜ ਫੇਰ ਚਰਚਾ ਹੋਈ ਹੈ ਜੀ, ਇਹਦੇ ਬਾਰੇ ਸਾਨੂੰ ਦੱਸਿਓ, ਇਹਦਾ ਕਿੰਨਾ ਕੁ ਫਾਇਦਾ ਨੁਕਸਾਨ ਆ ਤੇ ਕਿੱਦਾਂ ਦਾ ਹੋਣਾ ਚਾਹੀਦਾ ਜੀ? ਇੱਕ ਕਹਾਵਤ ਹੈਗੀ ਆ ਵੀ ਦੇਰ ਆਏ ਦਰੁਸਤ ਆਏ। ਸੋ ਅੱਜ ਸਾਡੇ ਚੀਫ ਮੈਡੀਕਲ ਆਫਿਸਰ ਡਾਕਟਰ ਥਰੀਸਾ ਟੈਮ ਉਹਨਾਂ ਨੇ ਕਹਿ ਦਿੱਤਾ ਵੀ ਮਾਸਕ ਪਾਉਣਾ ਬਹੁਤ ਅੱਛੀ ਗੱਲ ਹੈਗੀ, ਔਰ ਖਾਸ ਕਰਕੇ ਜਦੋਂ ਤੁਸੀਂ ਫਿਜ਼ੀਕਲ ਡਿਸਟੈਂਸ 6 ਫੁੱਟ ਦਾ ਨਹੀਂ ਰੱਖ ਸਕਦੇ, ਕਿਉਂਕਿ ਹੁਣ ਲਾਕਡਾਊਨ ਖੁੱਲ੍ਹਿਆ, ਕਾਫੀ ਇਕੋਨਮੀਜ਼ ਜਿਹੜੀਆਂ ਹੈਗੀਆਂ ਫਿਰ ਸਾਡੇ ਪ੍ਰੋਵਿੰਸ 'ਚ ਚੱਲ ਰਹੀ ਹੈ। ਲੇਕਿਨ ਮੈਂ ਕਹੂੰਗਾ ਵੀ ਮਾਸਕ ਦਾ ਫਾਇਦਾ ਹੈਗਾ, ਨੁਕਸਾਨ ਘੱਟ ਹੈ, ਫਾਇਦਾ ਜ਼ਿਆਦਾ। ਇੱਥੇ ਮੈਂ ਨਾ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜੀ ਜੀ। ਜਦੋਂ ਇਹ ਚਾਈਨਾ 'ਚ ਫੈਲ ਰਿਹਾ ਸੀ, ਉਹਦੇ ਲਾਗੇ ਤਾਇਵਾਨ ਹੈਗਾ 130 ਮੀਲ 'ਚ ਜੀ। ਤਾਇਵਾਨ ਦੇ ਲੋਕਾਂ ਨੇ ਸਾਰਿਆਂ ਨੇ ਮਾਸਕ ਪਾਏ, ਗਵਰਨਮੈਂਟ ਨੇ ਫ੍ਰੀ ਪ੍ਰੋਵਾਈਡ ਕੀਤੇ। ਉਹਨਾਂ ਦੀ ਤੁਸੀਂ ਦੇਖ ਲਓ ਕੋਵਿਡ ਦੀ ਦਰ, ਹਸਪੀਟਲ ਦਰ ਤੇ ਮੌਤ ਦੀ ਦਰ ਬਹੁਤ ਲੋ ਰਹੀ, ਹਾਂਗਕਾਂਗ 'ਚ ਲੋ ਰਹੀ। ਔਰ ਜਿਹੜੇ ਵੀ ਕੰਟਰੀਜ਼ 'ਚ ਮਾਸਕ ਯੂਜ਼ ਹੋਇਆ ਉੱਥੇ ਐਕਚੁਅਲੀ ਫਾਇਦਾ ਹੀ ਹੋਇਆ, ਨੁਕਸਾਨ ਨਹੀਂ ਹੋਇਆ। ਅੱਜ ਨਿਊਯਾਰਕ ਦੇ ਜਿਹੜੇ ਹੈਗੇ ਆ ਕਰਤਾ ਧਰਤਾ ਐਂਡਰੂ ਕੁਮੋ ਜੀ, ਉਹ ਵੀ ਕਹਿ ਰਹੇ ਆ ਜ਼ੋਰ ਸ਼ੋਰ ਦੇ ਨਾਲ ਵੀ ਕੈਨੇਡੀਅਨਸ ਲੋਕੋ ਮਾਸਕ ਪਾਇਆ ਕਰੋ। ਹੁਣ ਦੇਖੋ ਜਿਹੜਾ ਆਰਡੀਨਰੀ ਮਾਸਕ ਵੀ ਹੈਗਾ, ਸਮਝੋ ਮੈਨੂੰ ਕੋਵਿਡ ਹੈਗਾ, ਮੈਂ ਉਹਦੇ ਵਿੱਚ ਖੰਗਿਆ ਤੇ 95% ਜਿਹੜਾ ਉਹ ਵਾਇਰਸ ਹੈ ਉਹ ਮਾਸਕ ਦੇ ਵਿੱਚ ਰਹਿ ਜਾਊਗਾ, ਬਹੁਤ ਘੱਟ ਸਾਈਡ ਤੋਂ ਜਾਊਗਾ। ਔਰ ਅਗਰ ਅਗਲੇ ਨੇ ਵੀ ਪਾਇਆ ਤਾਂ ਉਹਨੂੰ ਵੀ ਤਾਂ 10-15% ਪ੍ਰੋਟੈਕਸ਼ਨ ਮਿਲ ਰਹੀ ਆ। ਸੋ ਇਸ ਲਈ ਇਹਦਾ ਫੈਲਾਅ ਜਿਹੜਾ ਹੈਗਾ ਬੜੇ ਸੌਖੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਮਾਸਕ ਦੇ ਥਰੂ। ਮਾਸਕ ਭਾਵੇਂ ਕੱਪੜੇ ਦਾ ਬਣਿਆ ਹੋਏ, ਉਹ ਧੋ ਸਕਦੇ ਹੋ, ਤੁਸੀਂ ਧੋ ਕੇ ਫਿਰ ਪ੍ਰੈਸ ਕਰ ਸਕਦੇ ਹੋ, ਜਾਂ ਫਿਰ ਤੁਸੀਂ ਨਵਾਂ ਲੈ ਸਕਦੇ ਹੋ, ਤੁਹਾਡੀ ਮਰਜ਼ੀ ਆ। ਹੁਣ ਗੱਲ ਇਹ ਹੈਗੀ ਆ ਵੀ N95 N75 ਮਾਸਕ ਦੀ ਇੰਨੀ ਲੋੜ ਨਹੀਂ ਆ, ਉਹ ਹਸਪਤਾਲਾਂ 'ਚ ਡਾਕਟਰਾਂ ਦੇ ਲਈ ਜ਼ਰੂਰੀ ਆ। ਜਿਹੜਾ ਆਰਡੀਨਰੀ ਕੱਪੜੇ ਦਾ ਮਾਸਕ ਆ, ਜਿੱਦਾਂ ਹੁਣ ਮੇਰੀ ਵਾਈਫ ਆ, ਉਹਨੇ ਘੱਟ ਤੋਂ ਘੱਟ 1000-1500 ਮਾਸਕ ਸੀਤਾ ਹੋਣਾ ਇਸ ਦੌਰਾਨ। ਬਹੁਤ ਸਾਰੇ ਆਰਗੇਨਾਈਜੇਸ਼ਨਸ ਨੂੰ ਸਪਲਾਈ ਕੀਤਾ, ਲੇਡੀਜ਼ ਦਾ ਇੱਕ ਗਰੁੱਪ ਸੀ। ਸੋ ਮਾਸਕ ਜਿਹੜਾ ਹੈਗਾ ਉਹਦਾ ਕੋਈ ਇੰਨਾ ਸਾਈਡ ਇਫੈਕਟ ਨਹੀਂ ਹੈਗਾ। ਹੁਣ ਟਰਬਲ ਇਹ ਹੈਗੀ ਆ ਵੀ ਬਹੁਤ ਸਾਰੀ ਕੰਟਰੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਇਨਫੈਕਸ਼ਨ ਦਾ ਦਰ ਥੱਲੇ ਰੱਖਿਆ, ਉਹ ਪਹਿਲੇ ਦਿਨ ਤੋਂ ਹੀ ਮਾਸਕ ਪਾ ਰਹੀਆਂ ਸੀ। ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਖਬਰ ਸਾਂਝੀ ਕਰਨੀ ਚਾਹੁੰਦਾ, ਜਿਹੜੀ ਮੈਂ ਹੁਣੇ ਵਾਚ ਰਿਹਾ ਸੀ। CDC ਅਮਰੀਕਾ ਤੋਂ ਆਈ ਆ ਜੀ। ਡਾਕਟਰ ਜੌਨ ਵਾਈਟ, WHYTE, ਉਹਨਾਂ ਦੇ ਡਾਇਰੈਕਟਰ ਆ।
ਉਹ ਕਹਿੰਦੇ ਆ ਵੀ ਪਹਿਲਾਂ ਇੰਨਾ ਹਊਆ ਪੈ ਗਿਆ ਜਦੋਂ ਨਵਾਂ ਵਾਇਰਸ ਆਇਆ, ਲੈਬ 'ਚ ਚੈੱਕ ਕੀਤਾ, ਆਹ ਸਰਫੇਸ 'ਚ ਇੰਨਾ ਟਾਈਮ ਰਹੂਗਾ, ਇੱਥੇ ਇੰਨਾ ਦਿਨ ਰਹੂਗਾ, ਇੱਥੇ ਇੰਨਾ ਦਿਨ ਰਹੂਗਾ। ਬਟ ਉਹਨਾਂ ਨੇ ਜਦੋਂ ਕਲੀਨਿਕਲੀ ਦੇਖਿਆ ਕਮਿਊਨਿਟੀ ਦੇ ਵਿੱਚ, ਹੁਣ ਥੋੜਾ ਜਿਹਾ ਧਿਆਨ ਦੇ ਨਾਲ ਗੱਲ ਸੁਣਿਓ, ਮੈਜੋਰਿਟੀ ਇਹਦਾ ਟ੍ਰਾਂਸਮਿਸ਼ਨ ਹੋਣਾ ਖੰਘ ਦੇ ਨਾਲ, ਛਿੱਕਾਂ ਦੇ ਨਾਲ ਤੇ ਬੋਲਣ ਦੇ ਨਾਲ। ਜਿਹੜਾ ਸਰਫੇਸ ਨੂੰ ਟੱਚ ਕਰਕੇ ਟ੍ਰਾਂਸਮਿਸ਼ਨ ਹੈ ਬਹੁਤ ਘੱਟ ਹੋਊਗਾ, ਅਗਰ ਹੋਊਗਾ ਵੀ ਤੇ। ਸੋ ਆ ਜਿਹੜੇ ਆਪਾਂ ਹੁਣ ਗਰੋਸਰੀ ਲਿਆ ਲਾ ਕੇ ਉਹਨੂੰ ਸਾਫ਼ ਕਰੀ ਜਾਂਦੇ ਆ, ਪੈਕੇजेस ਨੂੰ ਸਾਫ਼ ਕਰੀ ਜਾਂਦੇ ਆ, ਸਰਫੇਸਿਸ ਨੂੰ ਬਾਰ-ਬਾਰ ਸਾਫ਼ ਕਰੀ ਜਾਂਦੇ ਆ, ਉਹਨਾਂ ਦੇ ਰਿਕਮੈਂਡੇਸ਼ਨ ਹੈ ਵੀ ਇੰਨੀ ਸਾਰੀ ਲੋੜ ਨਹੀਂ ਹੈਗੀ। ਮਾਸਕ ਪਾਓ, ਹੱਥ ਧੋਓ ਸਾਬਣ ਔਰ ਪਾਣੀ ਦੇ ਨਾਲ, ਤੇ ਫਿਜ਼ੀਕਲ ਡਿਸਟੈਂਸ ਰੱਖੋ। ਸੋ ਆਪਾਂ ਨੂੰ ਇਹਦੇ ਜਾਣਾ ਚਾਹੀਦਾ, ਕਿਉਂਕਿ ਹੁਣ ਸਾਨੂੰ ਥੋੜੀ ਜੀ ਜਿਹੜੀ ਚਿੰਤਾ ਹੈਗੀ ਸੀ ਬਹੁਤ ਜ਼ਿਆਦਾ, ਉਸ ਤੋਂ ਬਾਹਰ ਨਿਕਲਣਾ ਚਾਹੀਦਾ। ਦੂਜੀ ਗੱਲ ਹੈਗੀ ਆ ਵੀ ਅਗਰ ਮਾਸਕ ਘੱਟ ਤੁਹਾਡੇ ਕੋਲ ਹੈਗੇ ਆ, ਬਹੁਤ ਸਾਰੀ ਸੰਸਥਾ ਹੈਗੀਆਂ ਫ੍ਰੀ ਵੀ ਪ੍ਰੋਵਾਈਡ ਕਰਦੀਆਂ। ਅਗਰ ਨਹੀਂ ਆ ਤਾਂ ਰੁਮਾਲ ਬੰਨ ਸਕਦੇ ਆ, ਸਾਫਾ ਬੰਨ ਸਕਦੇ ਆ, ਤੁਸੀਂ ਕੁਛ ਨਾ ਕੁਛ ਤਾਂ ਆਪਣਾ ਨੱਕ ਮੂੰਹ ਟੱਕੋ, ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ, ਕੋਈ ਨੁਕਸਾਨ ਨਹੀਂ ਹੋਊਗਾ। ਇੱਕ ਗੱਲ ਜ਼ਰੂਰ ਹੈ ਵੀ ਮਾਸਕ ਘੁੱਟ ਕੇ ਬੰਨ ਕੇ ਬਹੁਤਾ ਦੌੜਨ ਚ ਨਾ ਜਾਇਓ, ਫਿਰ ਤੁਹਾਡੀ ਬਰੀਥਿੰਗ ਦੇ ਉੱਤੇ ਅਸਰ ਪਊਗਾ। ਇੱਕ ਬੰਦੇ ਦੀ ਲੰਗ ਕੋਲੈਪਸ ਹੋਈ, ਖਾਲੀ ਇੱਕੋ ਰਿਪੋਰਟ ਆਈ ਸੀ। ਸੋ ਅਗਰ ਤੁਸੀਂ ਦੌੜਨਾ ਹੈਗਾ, ਉਸ ਜਗ੍ਹਾ ਨੂੰ ਚੈੱਕ ਕਰੋ ਜਿੱਥੇ ਜ਼ਿਆਦਾ ਸੰਗਤ ਨਾ ਹੋਵੇ, ਜ਼ਿਆਦਾ ਲੋਕੀ ਨਾ ਹੋਣ, ਤੇ ਬਿਨਾਂ ਮਾਸਕ ਤੋਂ ਦੌੜੋ। ਫਰੈਸ਼ 에ਅਰ 'ਚ ਕਿੱਥੇ ਕਰੋਨਾ ਹੈਗਾ। ਹੁਣ ਅੱਜ ਵੀ BC 'ਚ ਅਗਰ ਆਪਾਂ ਆਖੀਏ, ਬ੍ਰਿਟਿਸ਼ ਕੋਲੰਬੀਆ, ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਐਕਟਿਵ ਕੋਵਿਡ ਵਾਇਰਸ ਕਮਿਊਨਿਟੀ 'ਚ 0 ਆ, ZERO। ਜਿਹੜੇ ਅੱਜ ਕੇਸਿਸ ਵੀ ਆਏ ਉਹ ਮਿਸ਼ਨ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਤੋਂ ਆਏ ਆ। ਸੋ ਬੜਾ ਕੰਟੇਨਡ ਹੈਗਾ। ਅਸੀਂ ਇਹ ਵਾਇਰਸ ਜਿਹੜਾ ਹੈਗਾ ਦੇਖ ਰਹੇ ਰੈਸੀਡੈਂਸ਼ੀਅਲ ਕੇਅਰ ਹੋਮ ਜਾਂ ਇੰਸਟੀਟਿਊਸ਼ਨ, ਸੋ ਕਮਿਊਨਿਟੀ 'ਚ ਉੱਦਾਂ ਵੀ ਨਹੀਂ ਆ। ਲੇਕਿਨ ਤਾਂ ਵੀ ਸਾਨੂੰ ਸਭੇ ਹੋਣਾ ਚਾਹੀਦਾ ਵੀ ਅਸੀਂ ਕਿਉਂਕਿ ਜਿਹੜੇ WHO ਦੇ ਇੱਕ ਅਧਿਆਇਕ ਹੈਗੇ ਆ, ਖਾਸ ਕਰਕੇ ਯੂਰਪ ਤੋਂ ਦੱਸ ਰਹੇ ਆ ਵੀ ਸੈਕੰਡ ਵੇਵ ਦੀ ਵੀ ਚਾਂਸਸ ਹੋਣ ਦੀ ਸੰਭਾਵਨਾ ਹੋ ਸਕਦੀ ਆ, ਕਿਉਂਕਿ ਆਲਰੇਡੀ ਜਿਲਿਨ ਕਰਕੇ ਜਿਹੜਾ ਪ੍ਰੋਵਿੰਸ ਹੈਗਾ ਚਾਈਨਾ ਦੇ ਵਿੱਚ, ਉਹ ਕਾਫੀ ਵੱਡੀ ਮਾਤਰਾ 'ਚ ਲੋਕਾਂ ਨੂੰ ਉੱਥੇ ਇਨਫੈਕਸ਼ਨ ਹੋਇਆ ਤੇ ਸੋਚ ਰਹੇ ਆ ਵੀ ਉੱਥੇ ਲਾਕਡਾਊਨ ਕੀਤਾ ਜਾਏ ਕਿ ਨਾ ਕੀਤਾ ਜਾਏ। ਸੋ ਇਹ ਜਿਹੜੇ ਅਧਿਆਇਕ ਯੂਰਪ ਦੇ ਹੈਗੇ ਆ, ਡਾਕਟਰ ਕਲੂਗ KLUGE, ਇਹ ਕਹਿ ਰਹੇ ਆ ਵੀ ਜਦੋਂ ਸਿਆਲ ਹੋਣਗੇ, ਜਦੋਂ ਰੈਗੂਲਰ ਫਲੂ ਆਊਗਾ, ਦੁਬਾਰਾ ਵੀ ਇਹ ਆ ਸਕਦਾ। ਲੇਕਿਨ ਸਾਨੂੰ ਹੈਂਡ ਵਾਸ਼ਿੰਗ, ਮਾਸਕ ਤੇ ਫਿਜ਼ੀਕਲ ਡਿਸਟੈਂਸ ਇਹ ਜ਼ਰੂਰੀ ਮੇਨਟੇਨ ਕਰਨਾ ਚਾਹੀਦਾ। ਡਾਕਟਰ ਸਾਹਿਬ, ਇੱਕ ਗੱਲ ਕਹਿੰਦੇ ਕਿ ਮਾਸਕ ਪਾਉਣ ਦਾ ਨੁਕਸਾਨ ਵੀ ਆ ਵੀ ਤੁਸੀਂ ਹੱਥ ਬਾਰ-ਬਾਰ ਲਾਉਂਦੇ ਹੋ, ਮਾਸਕ ਇਨਫੈਕਟਡ ਹੋ ਸਕਦਾ, ਗੰਦਾ ਹੋ ਸਕਦਾ, ਤੁਹਾਡੇ ਇਨਅਪਰੋਪਰੀਏਟ ਹੋ ਸਕਦਾ ਜੀ। ਦੇਖੋ ਵੀ ਗੱਲ ਏਦਾਂ ਵੀ ਕੋਈ ਵੀ ਚੀਜ਼ ਹੈਗਾ, ਹੁਣ ਤੁਸੀਂ ਅਗਰ ਉਹੀ ਸ਼ਰਟ ਰੋਜ਼ ਪਾਈ ਜਾਓਗੇ ਤੇ ਉਹਦੇ ਵਿੱਚ ਪਸੀਨਾ ਆ, ਹੋਰ ਚੀਜ਼ਾਂ, ਸੋ ਜਰਮਸ ਵੀ ਹੋਣਗੇ। ਉਹ ਮੈਂ ਪਹਿਲਾਂ ਵੀ ਕਿਹਾ ਸੀ, ਮਾਸਕ ਅਗਰ ਤੁਸੀਂ ਚੇਂਜ ਕਰ ਸਕਦੇ ਹੋ ਜੀ, ਉਹਨੂੰ ਫਿਰ ਕੱਪੜੇ ਦਾ ਹੈਗਾ ਪ੍ਰੈਸ ਕਰਕੇ, ਜਦੋਂ ਪ੍ਰੈਸ ਕਰਦੇ ਆ ਤੇ ਸਾਰੇ ਜਰਾਸੀਮ ਖਤਮ ਹੋ ਗਏ। ਜਾਂ ਉਹਨੂੰ ਧੋ ਕੇ ਚੰਗੀ ਤਰ੍ਹਾਂ, ਮਤਲਬ ਆਪਣੇ ਵਾਸ਼ਰ ਡਰਾਇਰ ਦੇ ਵਿੱਚ, ਤਾਂ ਵੀ ਹੋ ਸਕਦੇ ਆ। ਜਾਂ ਤੁਸੀਂ ਅਫੋਰਡ ਕਰ ਸਕਦੇ ਤੇ ਡਿਸਪੋਜ਼ੇਬਲ ਵੀ ਲੈ ਸਕਦੇ ਆ, ਤੁਹਾਡੀ ਮਰਜ਼ੀ ਆ। ਸੋ ਬਾਕੀ ਇਹ ਗੱਲਾਂ ਹੈਗੀਆਂ ਵੀ ਜਿੱਦਾਂ ਹੁਣ ਆਲਰੇਡੀ CDC ਕਹਿ ਰਹੀ ਹੈ ਵੀ ਕੋਈ ਸਰਫੇਸ ਨੂੰ ਟੱਚ ਕਰਕੇ ਤੁਹਾਨੂੰ ਟ੍ਰਾਂਸਮਿਸ਼ਨ ਦੇ ਰਿਸਕ ਹੈਗੇ ਆ, ਬਟ ਐਕਸਟ੍ਰੀਮਲੀ ਲੋ ਆ। ਸਭ ਤੋਂ ਵੱਡਾ ਰਿਸਕ ਹੈਗਾ ਵੀ ਕੋਈ ਬੋਲ ਰਿਹਾ, ਖੰਘ ਰਿਹਾ ਜਾਂ ਛਿੱਕ ਮਾਰ ਰਿਹਾ, ਜਾਂ ਕੋਈ ਏਸਿਮਟੋਮੈਟਿਕ ਹੋਇਆ, ਤੇ ਉਹਦੇ ਰੈਸਪੀਰੇਟਰੀ ਸਿਸਟਮ ਤੋਂ ਟ੍ਰਾਂਸਮਿਟ ਹੋਣ ਦੇ ਚਾਂਸਸ ਸਭ ਤੋਂ ਜ਼ਿਆਦਾ ਹੈਗੇ ਆ। ਹਾਂ, ਇਹਦੇ ਵਿੱਚ ਇੱਕ ਫਾਲਸ ਸੈਂਸ ਆਫ ਸਿਕਿਉਰਿਟੀ ਵੀ ਹੈਗੀ ਹੈ। ਮੈਂ ਕਈ ਵਾਰ ਰਿਪੋਰਟਸ ਪੜ੍ਹਦਾ ਕਿ ਕਈ ਜਗ੍ਹਾ 'ਚ ਮਾਸਕ ਜਿਹੜੇ ਹੈਗੇ ਰੀਸਾਈਕਲਿੰਗ ਹੋ ਰਹੇ ਆ, ਲੇਕਿਨ ਉਹ ਰੀਸਾਈਕਲਿੰਗ ਪ੍ਰੋਸੀਜਰ ਠੀਕ ਨਹੀਂ ਕਰਦੇ। ਲੇਕਿਨ ਆਪਾਂ ਤਾਂ ਸਭੇ ਕੰਟਰੀ 'ਚ ਇੱਥੇ ਬੈਠੇ ਆ ਜਿੱਥੇ ਸਾਰਿਆਂ ਨੂੰ ਇੰਨੀ ਨੌਲੇਜ ਤੇ ਹੈਗੀ ਆ। ਲੇਕਿਨ ਹੱਥ ਧੋਣਾ, UK ਤੋਂ ਸਟੱਡੀ ਆਈ ਸੀ ਵੀ ਉਹ ਕਹਿੰਦੇ, ਹੁਣ ਮੈਂ ਇਹਦੇ ਵਿੱਚ ਇਸ ਲਈ ਨਹੀਂ ਸ਼ੇਅਰ ਕਰਨਾ ਚਾਹੁੰਦਾ ਸੀ ਵੀ ਉਹ ਕਹਿੰਦੇ ਘੱਟ ਤੋਂ ਘੱਟ 6 ਵਾਰੀ ਹੱਥ ਧੋ। ਮੈਂ ਕਹਿੰਦਾ ਵੀ ਜਿੰਨੀ ਵਾਰ ਤੁਹਾਨੂੰ ਲੋੜ ਹੈਗੀ ਤਾਂ 6 ਵਾਰੀ ਜ਼ਰੂਰੀ ਹੈ, ਥੋੜੀ ਵੀ ਕਿਸੇ ਨੇ ਕਹਿ ਦਿੱਤਾ ਤੇ 6 ਵਾਰੀ ਆਪਾਂ ਕਰਨਾ। ਤੁਹਾਨੂੰ ਪਤਾ ਅੱਜ ਤੋਂ ਕੁਝ 10 ਵਾਰੇ ਪਹਿਲਾਂ ਇੱਕ ਪ੍ਰੋਟੋਕਾਲ ਸੀ ਵੀ 6 ਵਾਰੀ ਪਾਣੀ ਪੀਆ ਕਰੋ। ਜਦੋਂ ਰਿਸਰਚ ਕਰਕੇ ਦੇਖੀ ਉਹ ਫਾਲਸ ਨਿਕਲੀ। ਪਾਣੀ ਉਹਨਾਂ ਪੀਓ ਜਿੰਨੀ ਤੁਹਾਨੂੰ ਤੇਲ ਲੱਗੀ ਆ, ਜਿੰਨੀ ਤੁਹਾਨੂੰ ਪਿਆਸ ਲੱਗੀ ਆ। ਸੋ ਇਸ ਲਈ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਕੋਈ ਏਰੀਆ 'ਚ ਹੈਗੇ ਜਿੱਥੇ ਤੁਹਾਨੂੰ ਵਰੀ ਆ, ਥੋੜਾ ਜ਼ਿਆਦਾ ਤੋਂ, ਨਹੀਂ ਤਾਂ ਅਗਰ ਘਰ ਬੈਠੇ ਆ ਤੇ 6 ਵਾਰੀ ਕਿੰਨੇ ਕਹਿ ਦਿੱਤਾ ਵੀ ਤੁਹਾਨੂੰ ਧੋਣੇ ਪੈਣੇ ਲਾਜ਼ਮੀ। ਸੋ ਸੈਂਸ, ਲੌਜਿਕ ਔਰ ਆਪਣੀ ਇੰਟੈਲੀਜੈਂਸ ਇਸਤੇਮਾਲ ਕਰਨੀ ਚਾਹੀਦੀ। ਡਾਕਟਰ ਸਾਹਿਬ, ਇੱਕ ਹੋਰ ਗੱਲ ਤੁਸੀਂ ਹੁਣੇ ਹੀ ਕਿਹਾ ਵੀ ਇਹ ਜਿਹੜੀਆਂ ਸਟੱਡੀਜ਼ ਨੇ, ਜਿਹੜੀਆਂ ਰਿਸਰਚਸ ਨੇ, ਬਦਲਦੀਆਂ ਰਹਿੰਦੀਆਂ। ਖਾਸ ਕਰ ਕੋਵਿਡ-19 ਦੇ ਮਾਮਲੇ ਵਿੱਚ ਲੋਕ ਇੰਨੇ ਕਨਫਿਊਜ਼ ਹੋ ਗਏ ਕਿ ਅਸੀਂ ਜੇਕਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਕੁਛ ਨੂੰ ਸਟੱਡੀ ਕਰੀਏ, ਬਹੁਤ ਕੁਛ ਬਦਲਿਆ। ਤੁਸੀਂ ਹੁਣ ਆਪ ਦੀ ਗੱਲ ਕੀਤੀ ਹੈ ਕਿ ਪਹਿਲਾਂ ਇਹ ਕਹਿੰਦੇ ਸੀ ਦਿਨ 'ਚ 6 ਵਾਰੀ ਪਾਣੀ ਪੀਓ। ਇੱਕ ਚੀਜ਼ ਦੱਸਦੇ ਆ, ਕੁਛ ਚਿਰ ਪਹਿਲਾਂ ਇੱਕ ਮੈਗਜ਼ੀਨ ਦੇ ਵਿੱਚ ਛਪ ਜਾਂਦੀ ਹੈ ਕਿ ਆਹ ਚੀਜ਼ ਦਾ ਜੀ ਬਹੁਤ ਫਾਇਦਾ, ਇੱਦਾਂ ਕਰੋ। ਦੂਜੀ ਵਾਰੀ ਆ ਜਾਂਦਾ ਨਹੀਂ, ਇਹ ਗਲਤ ਆ। ਕਿੱਥੇ ਯਕੀਨ ਕੀਤਾ ਜਾਵੇ, ਲੋਕ ਕਿਸ ਚੀਜ਼ ਨੂੰ ਫੋਲੋ ਕਰਨ ਜੀ? ਤੁਹਾਡਾ ਲੋਕਲ ਜਿਹੜਾ ਸੈਂਟਰ ਫॉर ਡਿਜ਼ੀਜ਼ ਕੰਟਰੋਲ ਆ, ਉਹ ਸਭ ਤੋਂ ਬੈਸਟ ਜਿਹੜਾ ਹੈਗਾ ਤਰੀਕਾ। ਹੁਣ ਦੇਖੋ ਕਾਫੀ ਹੁਣ ਚੀਜ਼ਾਂ ਪ੍ਰਕਾਸ਼ਿਤ ਹੋ ਰਹੀਆਂ ਵੀ ਮਾਊਥ ਵਾਸ਼ ਦੇ ਨਾਲ ਕੋਵਿਡ ਵਾਇਰਸ ਖਤਮ ਹੋ ਜਾਂਦਾ ਗਲੇ 'ਚ।
ਉਹ ਭਲਿਆ ਲੋਕਾਂ, ਅਗਰ ਤੁਹਾਨੂੰ ਕੋਵਿਡ ਹੋ ਗਿਆ, ਉਹ ਤਾਂ ਪੂਰੀ ਬੋਡੀ ਦੇ ਸਾਰੇ ਸੈਲਸ ਦੇ ਵਿੱਚ ਮਲਟੀਪਲਾਈ ਹੋ ਰਿਹਾ, ਉਹ ਥੋੜੀ ਜਿਹੀ ਸਾਡੇ ਸੰਗ 'ਚ ਬੈਠਾ। ਸੋ ਇਹ ਲੈਬ ਵਾਲੀਆਂ ਚੀਜ਼ਾਂ ਜਿਹੜੀਆਂ ਕਲੀਨਿਕਲੀ ਅਪਲਾਈ ਨਹੀਂ ਹੁੰਦੀਆਂ, ਜਿਹੜੀਆਂ CDC ਅਮਰੀਕਾ ਨੇ ਵੀ ਦੱਸਿਆ ਵੀ ਲੈਬ ਦੇ ਉੱਤੇ ਉਹ ਸਰਫੇਸ ਦੇ ਉੱਤੇ ਉਹਨਾਂ ਨੇ ਚੈੱਕ ਕਰਕੇ ਦੇਖਿਆ, ਲੇਕਿਨ ਜਦੋਂ ਆਪਾਂ ਕਲੀਨਿਕਲੀ ਦੇਖਦੇ ਹਾਂ ਉਹ ਬਿਲਕੁਲ ਨਤਾਰਾ ਨਹੀਂ ਹੁੰਦਾ। ਸੋ ਇਸ ਲਈ ਆਪਾਂ ਨੂੰ, ਨਾਲੇ ਇਹ ਵਾਇਰਸ ਦੇ ਨਾਲ ਸਾਡਾ ਵਾਇਆ ਪਿਛਲੇ 5 ਮਹੀਨਿਆਂ ਤੋਂ ਪਿਆ, ਇਹਨੂੰ ਸਟੱਡੀ ਕਰ ਰਹੇ ਹਾਂ ਔਰ ਇਹਦੇ ਉੱਤੇ ਸਾਨੂੰ ਪੁਸ਼ਟੀ ਕਲੀਨਿਕਲ ਰਿਸਰਚ ਜਿਹੜਾ ਹੁਣ ਸਾਹਮਣੇ ਆ ਰਿਹਾ ਉਹ ਜ਼ਿਆਦਾ ਇਹਦੀ ਰੋਸ਼ਨੀ 'ਚ ਸਾਨੂੰ ਦੱਸ ਰਿਹਾ ਵੀ ਇੰਨਾ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਜਿੰਨਾ ਪਹਿਲੋਂ ਅਸੀਂ ਕ੍ਰੀਏਟ ਕਰ ਲਿਆ ਸੀ, ਕਿਉਂਕਿ ਆਪਾਂ ਡਰ ਗਏ ਸੀ। ਡਰ ਇਸ ਲਈ ਗਏ ਸੀ ਕਿ ਜਦੋਂ ਇਟਲੀ ਦੇ ਵਿੱਚ ਇੰਨੀਆਂ ਸਾਰੀਆਂ ਤੁਹਾਨੂੰ ਪਤਾ ਹਸਪੀਟਲ ਦੇ ਵਿੱਚ ਪੇਸ਼ੈਂਟ ਜਾ ਰਹੇ ਸੀ, ਵੈਂਟੀਲੇਟਰ ਦੇ ਟਰਬਲ, ਮੌਤਾਂ ਹੋ ਗਈਆਂ, ਜਿਹੜੇ ਉਹਨਾਂ ਦੇ ਮਿਲਟਰੀ ਦੇ ਬੈਰੀਕੇਡਸ ਹੈਗੇ ਭਰ ਕੇ ਸ਼ਵ ਲੈ ਕੇ ਜਾ ਰਹੇ ਸੀ ਜਾਂ ਲਾਸ਼ਾਂ ਲੈ ਕੇ, ਉਹ ਸਾਰਿਆਂ ਨੇ ਡਰਾ ਦਿੱਤਾ ਵੀ ਹਾਏ ਸਾਨੂੰ ਨਾ ਹੋ ਜਾਏ, ਸਾਨੂੰ ਨਾ ਹੋ ਜਾਏ। ਲੇਕਿਨ ਹੁਣ ਹੌਲੀ ਹੌਲੀ ਉਹ ਕਹਿੰਦੇ ਆ ਨਾ, ਸਟਾਰਮ ਦਾ ਡਸਟ ਆ ਉਹ ਥੱਲੇ ਜਾ ਰਿਹਾ ਤੇ ਸਾਨੂੰ ਕਲੈਰਿਟੀ ਮਿਲ ਰਹੀ ਆ, ਦਿਖਣ 'ਚ ਥੋੜਾ ਸੌਖਾ ਹੋ ਰਿਹਾ ਵੀ ਇਹ ਚੀਜ਼ ਜਾਂ ਬਲਾ ਕੀ ਆ। ਡਾਕਟਰ ਸਾਹਿਬ, ਇਹਦੇ ਤੇ ਫਿਰ ਲੋਕ ਕਨਫਿਊਜ਼ ਹੋ ਜਾਂਦੇ ਆ। ਅਮਰੀਕਾ ਦੇ ਰਾਸ਼ਟਰਪਤੀ ਮਾਨਯੋਗ ਟਰੰਪ ਸਾਹਿਬ ਕਹਿ ਰਹੇ ਆ ਕਿ ਮੈਨੂੰ 8-10 ਦਿਨ ਹੋ ਗਏ ਜਿਹੜੀ ਉਹ ਮਲੇਰੀਏ ਵਾਲੀ ਗੋਲੀ ਖਾਂਦੇ ਨੂੰ, ਤੇ 2 ਦਿਨ ਹੋਰ ਰਹਿ ਗਏ, 1 ਅੱਧੇ ਦਿਨ 'ਚ ਮੈਂ ਛੱਡ ਦੇਣੀ ਆ। WHO ਖਾਸ ਤੌਰ 'ਤੇ ਵਾਰਨਿੰਗ ਦੇ ਰਿਹਾ ਕਿ ਤੁਸੀਂ ਇਹਨੂੰ ਖਿਆਲ ਨਾਲ ਖਾਓ, ਇਹਦੇ ਨਾਲ ਕੋਈ ਹਾਰਟ ਦੇ ਉੱਤੇ ਸ਼ਾਇਦ ਅਸਰ ਹੋ ਸਕਦਾ ਜਾਂ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ। ਦੇਖੋ, ਪਹਿਲੀ ਗੱਲ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੁਲਕ ਹੈਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਤੇ ਉਹਦਾ ਕਮਾਂਡਰ ਇਨ ਚੀਫ ਹੈਗਾ ਪ੍ਰੈਸੀਡੈਂਟ। ਇਸ ਵੇਲੇ ਪ੍ਰੈਸੀਡੈਂਟ ਡੋਨਲਡ ਟਰੰਪ ਹੈਗਾ। ਸੋ 7.7 ਬਿਲੀਅਨ ਤੋਂ ਸਭ ਤੋਂ ਜ਼ਿਆਦਾ ਪਾਵਰਫੁਲ ਵਿਅਕਤੀ ਉਹ ਆ। ਲੇਕਿਨ ਹੁਣ ਮੈਂ ਥੋੜਾ ਜਿਹਾ ਪਿੱਛੇ ਜਾਣਾ, ਮੈਂ ਹੈਗਾ ਡਾਕਟਰ, ਮੈਂ ਕੱਲ ਨੂੰ ਆਖਾਂ ਆ ਜਾਓ ਬਹਿ ਜਾਓ, ਆਪਾਂ ਪਲੇਨ 'ਚ ਬਹਿ ਜਾਂਦੇ ਆ ਤੇ ਮੈਂ ਨਾ ਮੈਨੂਅਲ ਪੜ੍ਹ ਕੇ ਉਡਾਉਣਾ ਸਿੱਖ ਲੈਣਾ, ਉਹ ਮੇਰੀ ਵੀ ਗਲਤੀ ਹੋ ਗਈ ਔਰ ਪਿੱਛੇ ਜਿਹੜੇ ਬੈਠੇ ਉਹ ਮੂਰਖ ਹੋਣਗੇ। ਸੋ ਤੁਹਾਨੂੰ ਪਤਾ ਕੁਝ ਹਫ਼ਤੇ ਪਹਿਲਾਂ ਜਦੋਂ ਉਹਨੇ ਕਲੋਰੋਕਸ ਤੇ ਬਲੀਚ ਤੇ ਹੋਰ ਕਲੀਨਰਸ ਬਾਰੇ ਕਿਹਾ ਸੀ, ਕੁਝ ਲੋਕਾਂ ਨੇ ਐਕਚੁਅਲੀ ਲਿੱਤਾ, ਕੁਝ ਲੋਕਾਂ ਨੇ ਇੰਜੈਕਟ ਕੀਤਾ, ਕੁਝ ਮੌਤਾਂ ਹੋਈਆਂ। ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਪਿਛਲੇ ਵੀਕਐਂਡ ਵੀ ਮੈਂ ਹਾਈਡਰੋਕਸੀ ਕਲੋਰੋਕੁਇਨ ਲੈ ਰਿਹਾ ਕਿਉਂਕਿ ਵਾਈਟ ਹਾਊਸ 'ਚ ਕੁਝ ਲੋਕਾਂ ਨੂੰ ਜਿਹੜਾ ਸਟਾਫ ਆ COVID-19 ਹੋਇਆ ਵੀ ਮੈਨੂੰ ਹੋਵੇ ਨਾ। ਹੁਣ ਦੇਖੋ ਕਿੰਨੀ ਹੋਸ਼ੀ ਗੱਲ ਆ, ਕਿਉਂਕਿ ਅਮਰੀਕਾ 'ਚ 2 ਵੱਡੀਆਂ ਸਟੱਡੀਆਂ ਹੋਈਆਂ FDA ਦੀਆਂ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀਆਂ, ਉਹ ਦੋਵੇਂ ਸਾਬਿਤ ਕਰ ਚੁੱਕੀਆਂ ਵੀ ਹਾਈਡਰੋਕਸੀ ਕਲੋਰੋਕੁਇਨ ਬਿਲਕੁਲ ਨਹੀਂ ਕੰਮ ਕਰਦੀ। ਹਾਲਾਂਕਿ ਇੱਕ ਸਟੱਡੀ 'ਚ ਉਹਨਾਂ ਨੇ ਦੱਸਿਆ ਸੀ ਵੀ ਜਿਹੜੇ ਅੱਛਾ ਇਹ ਸਟੱਡੀਜ਼, ਪਹਿਲੀ ਗੱਲ ਹਾਈਡਰੋਕਸੀ ਕਲੋਰੋਕੁਇਨ ਪਤਾ ਕਿਹਨੂੰ ਦਿੱਤਾ ਜਾ ਰਹੀ, ਜਿਹੜੇ ਹਸਪੀਟਲ 'ਚ ਜ਼ਿਆਦਾ ਸਿੱਕ ਆ, ਜਿਹੜੇ ਘਰ ਬੈਠੇ ਉਹਨਾਂ ਨੂੰ ਤਾਂ ਇੰਡੀਕੇਟਡ ਨਹੀਂ ਆ ਵੀ ਪ੍ਰੋਫਿਲੈਕਸਿਸ ਕਹਿੰਦੇ ਆ ਵੀ ਤੁਹਾਨੂੰ ਇਹ ਕੋਵਿਡ ਹੋਣ ਤੋਂ ਬਚਾਓਗੇ, ਇਹਦੇ ਤੇ ਕਦੀ ਨਹੀਂ ਸੀ। ਦੂਜੀ ਗੱਲ, ਜਿਹੜੇ ਹਸਪੀਟਲ ਤੋਂ ਸਟੱਡੀ ਆਈ, ਇੱਕ ਸਟੱਡੀ ਨੇ ਦੱਸਿਆ ਵੀ ਬਿਲਕੁਲ ਹੈਲਪ ਨਹੀਂ ਕਰਦੀ, ਦੂਜੀ 'ਚ ਜਿਹੜੇ ਗਰੁੱਪ ਨੂੰ ਹਾਈਡਰੋਕਸੀ ਕਲੋਰੋਕੁਇਨ ਦਿੱਤਾ ਐਕਚੁਅਲੀ ਉੱਥੇ ਮੌਤਾਂ ਜ਼ਿਆਦਾ ਹੋਈਆਂ, ਕਿਉਂਕਿ ਜਿਹੜੇ ਦਿਲ ਦੀ ਜਿਹੜੀ ਧੜਕਣ ਹੈ ਉਹਦੀ ਰਿਦਮ ਖਰਾਬ ਹੋ ਜਾਂਦੀ ਆ, ਕਿਡਨੀਜ਼ ਨੂੰ ਡੈਮੇਜ ਕਰਦੀ ਆ। ਸੋ ਪਲੀਜ਼ ਹਾਈਡਰੋਕਸੀ ਕਲੋਰੋਕੁਇਨ ਨਾ ਲਈਏ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਫੋਲੋਇੰਗ ਆਲ ਓਵਰ ਵਰਲਡ ਹੈਗੀ ਆ। ਜਦੋਂ ਮੈਂ ਇੱਥੇ ਤੁਹਾਨੂੰ ਰੋਕ ਰਿਹਾ, ਜਿਹੜੀਆਂ ਤੁਸੀਂ 2 ਸਟੱਡੀ ਦੱਸੀਆਂ ਕਿ ਇਹਦੇ ਵਿੱਚ ਤਾਂ ਵਾਸਟ ਹੋਇਆ ਇਹ ਲੈਣ ਦੇ ਨਾਲ, ਫਿਰ ਇਹ ਗੱਲ ਸ਼ੁਰੂ ਕਿੱਥੋਂ ਹੋਈ ਵੀ ਮਲੇਰੀਆ ਦੀ ਦਵਾਈ ਨਾਲ ਕੋਵਿਡ ਠੀਕ ਹੋ ਜਾਂਦਾ? ਇਹ ਵੀ ਤਾਂ ਕੋਈ ਸਟੱਡੀ ਸੀਗੀ ਪਹਿਲਾਂ। ਅੱਛਾ ਦੇਖੋ ਜਸਕਰਨ ਜੀ, ਜਦੋਂ ਆਪਾਂ ਕਹਿ ਰਹੇ ਹਾਂ ਵੀ 5 ਮਹੀਨੇ ਤੋਂ ਵਾਹ ਪਿਆ, ਇਹ ਸਾਡਾ ਹੁਣ ਇੱਥੇ ਡਾਊਨ ਆ ਰਿਹਾ। ਜਦੋਂ ਅਸੀਂ ਵਾਚ ਕਰ ਰਹੇ ਸੀ ਯੂਰਪ, ਉਹ ਸਪੇਨ 'ਚ, ਫਰਾਂਸ 'ਚ ਔਰ ਈਵਨ ਥਾਈਲੈਂਡ 'ਚ ਜਿਹੜੇ ਡਾਕਟਰ ਹੈ, ਇੱਕ ਕਹਾਵਤ ਹੁੰਦੀ ਨਾ, ਮਰਦਾ ਕੀ ਨਹੀਂ ਕਰਦਾ, ਉਹ ਕੋਸ਼ਿਸ਼ ਕਰ ਰਹੇ ਸੀ ਵੀ ਇਹ ਵਾਇਰਸ ਹੈਗਾ, ਕਰੋਨਾ ਵਾਇਰਸ ਹੈਗਾ, ਥੋੜਾ ਬਹੁਤ ਆਪਾਂ ਕਾਕਟੇਲ ਦਵਾਈਆਂ ਦਾ ਮਿਕਸ ਕਰਕੇ ਦਈਏ, ਜਿਹੜੇ ਆਪਾਂ ਰੈਮਡੇਸਿਵਿਰ ਕਹੀ ਆ, ਹਾਈਡਰੋਕਸੀ ਕਲੋਰੋਕੁਇਨ, ਏਜ਼ੋਥਾਇਓਪ੍ਰਿਨ ਇੱਕ ਐਂਟੀਬਾਇਓਟਿਕ ਹੁੰਦੀ ਆ, ਉਹ ਕੋਸ਼ਿਸ਼ ਕਰ ਰਹੇ ਸੀ। ਹੁਣ ਦੇਖੋ 92% ਲੋਕਾਂ ਨੂੰ ਭਾਵੇਂ ਦਵਾਈ ਦਿਓ ਨਾ ਦਿਓ, ਉਹਨਾਂ ਦੇ ਠੀਕ ਹੋਣਾ। ਸੋ ਉਹਨਾਂ ਨੇ ਕਿਹਾ ਹਾਂ ਇਹਨੂੰ ਦਿੱਤੀ, ਇਹ ਠੀਕ ਹੋ ਗਿਆ, ਬਟ ਉਹ ਵਿਅਕਤੀ ਬਿਨਾਂ ਦਵਾਈ ਤੋਂ ਵੀ ਠੀਕ ਹੋ ਸਕਦਾ ਸੀ। ਫੇਰ ਗੱਲ ਚੱਲ ਗਈ ਇੰਡੀਆ, ਉੱਥੇ ਰਾਜਸਥਾਨ ਚਲੇ ਗਈ, ਉੱਥੇ ਉਹ ਡਾਕਟਰ ਨੇ ਕੀ ਸਕੀਮ ਲਾਈ, ਉਹ ਸਟੱਡੀ ਕਰ ਰਿਹਾ ਸੀ ਯੂਰਪ ਔਰ ਥਾਈਲੈਂਡ ਤੋਂ, ਉਹਨੇ ਉਹੀ ਮਿਕਸਚਰ ਦੇ ਕੇ 1-2 ਪੇਸ਼ੈਂਟ ਡਿਸਚਾਰਜ ਕਰਤਾ। ਉਹ ਵੱਡੀ ਜ਼ੀ ਨਿਊਜ਼ ਬਣ ਗਈ ਵੀ ਇੰਡੀਆ ਨੇ ਹਾਈਡਰੋਕਸੀ ਕਲੋਰੋਕੁਇਨ ਦੇ ਨਾਲ ਠੀਕ ਕਰ ਲਿਆ। ਉਸ ਤੋਂ ਬਾਅਦ ਦੇਖ ਲਓ ਜਿਹੜਾ ਸਭ ਤੋਂ ਵਰਲਡ ਦਾ ਸਭ ਤੋਂ ਪਾਵਰਫੁਲ ਪ੍ਰੈਜ਼ੀਡੈਂਟ ਇਹ ਕੰਟਰੀ ਦਾ ਹੈਗਾ, ਉਹਨੇ ਨਰਿੰਦਰ ਮੋਦੀ ਸਾਹਿਬ ਦੇ ਨਾਲ, ਜਿਹੜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਆ, 29 ਮਿਲੀਅਨ ਡੋਜ਼ਸ ਉਹ ਧੱਕੇ ਦੇ ਨਾਲ ਲਿੱਤੀਆਂ। ਪਹਿਲਾਂ ਕਹਿੰਦਾ ਸੀ ਦਿਓ, ਉਹ ਕਹਿੰਦੇ ਸੀ ਵੀ ਅਸੀਂ ਸੋਚਾਂਗੇ, ਸਾਨੂੰ ਆਪਣੇ ਪੇਸ਼ੈਂਟਸ ਵਾਸਤੇ ਚਾਹੀਦੀਆਂ। ਉਹ ਕਹਿੰਦਾ ਸੀ ਮੈਂ ਈਵਨ ਆਰਮਡ ਐਕਸ਼ਨ ਲੈ ਸਕਦਾ, ਇੰਨੇ ਤੱਕ ਉਹ ਸੰਗੀਨ ਗੱਲ ਹੋ ਗਈ ਸੀ, ਬਾਅਦ 'ਚ ਪਿਆਰ ਦੇ ਨਾਲ ਹੋ ਗਈ। 30 ਮਿਲੀਅਨ ਡੋਜ਼ਸ ਜਿਹੜੀਆਂ ਹੈਗੀਆਂ ਉਹ ਉੱਥੇ ਆਈਆਂ। ਐਕਚੁਅਲੀ ਕੈਨੇਡਾ ਨੇ ਵੀ ਮੰਗਾਈਆਂ ਸੀ, ਲੇਕਿਨ ਅਸੀਂ ਕਲੀਨਿਕਲ ਟ੍ਰਾਇਲ 'ਚ ਯੂਜ਼ ਕਰ ਰਹੀਆਂ ਸੀ।
ਇਹ ਮੈਂ ਅੰਦਰ ਦੀ ਗੱਲ ਤੁਹਾਨੂੰ ਹੁਣ ਦੱਸ ਰਿਹਾ, ਕੈਨੇਡਾ ਨੇ ਵੀ ਮੰਗਾਈਆਂ ਸੀ। ਅੱਛਾ ਜੀ। ਉਦੋਂ ਸੰਸਾਰ 'ਚ ਸਾਰਿਆਂ ਨੂੰ ਇਹ ਸੀ ਪਤਾ ਨਹੀਂ ਇਹ ਕੋਈ ਬਹੁਤ ਵੱਡਾ ਹੋਊਗਾ, ਲੇਕਿਨ ਸਟੱਡੀ ਸਾਰਿਆਂ 'ਚ ਆਇਆ ਵੀ ਇਹ ਵਰਕ ਤੱਕ ਕਰਦਾ ਨਹੀਂ ਆ। ਇਸ ਲਈ ਸ਼ੁਰੂ 'ਚ ਇਹ ਹਵਾ ਜਿਹੜਾ ਹੈਗਾ ਇਹ ਕ੍ਰੀਏਟ ਹੋਇਆ ਵੀ ਸ਼ਾਇਦ ਇਹਦੇ ਨਾਲ ਕੋਈ ਫਰਕ ਪਊਗਾ। ਜਦੋਂ ਇਹ ਹਵਾ ਚੱਲ ਰਿਹਾ ਸੀ ਉਥੋਂ ਅਫਰੀਕਾ ਦੇ ਵਿੱਚ ਦੇਖੋ ਕਾਫੀ ਜਗ੍ਹਾ 'ਚ, ਹੁਣ ਇੰਡੀਆ ਵੀ ਤੁਸੀਂ ਫਾਰਮਾਸਿਸਟ ਕੋ ਚਲੇ ਜਾਓ, ਤੁਹਾਡਾ ਮਿੱਤਰ ਦੋਸਤ ਹੈਗਾ, ਉਹ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਦਵਾਈ ਦੇ ਦਿੰਦੇ ਆ, ਉਹਨਾਂ ਨੂੰ ਤਾਂ ਪੈਸੇ ਦੀ ਲੋੜ ਹੈਗੀ ਆ। ਸੋ ਬਾਕੀ ਅਫਰੀਕਨ ਕੰਟਰੀਜ਼ 'ਚ ਵੀ ਸੇਮ ਹੀ ਆ। ਉਹ ਕਈਆਂ ਨੇ ਹਾਈਡਰੋਕਸੀਕਲੋਰੋਕੁਇਨ ਖਾ ਕੇ ਕਈਆਂ ਦੀ ਮੌਤ ਹੋਈ, ਕਈਆਂ ਦੀ ਪੋਇਜ਼ਨਿੰਗ ਹੋਈ, ਕਈਆਂ ਨੂੰ ਹਸਪਤਾਲ ਦਾਖਲ ਕਰਨਾ ਪਿਆ। ਇਸ ਲਈ ਪ੍ਰੈਜ਼ੀਡੈਂਟ ਸਾਹਿਬ ਨੂੰ ਪੋਲਿਟਿਕਸ ਦੀ, ਇਕਨੋਮੀ ਦੀ ਗੱਲ ਕਰਨੀ ਚਾਹੀਦੀ ਆ। ਮੈਡੀਕਲ ਗੱਲ ਕਰਨ ਵਾਸਤੇ ਡਾਕਟਰ ਸੰਜੇ ਗੁਪਤਾ ਹੈਗੇ ਆ, ਡਾਕਟਰ ਐਂਥੋਨੀ ਫੌਸੀ ਹੈਗੇ, ਜਿਹੜੇ ਦੁਹਾਈ ਪੜ ਕੇ ਸਿਰ ਫੜ ਕੇ ਬੈਠੇ, ਹਾਈ ਪ੍ਰੈਜ਼ੀਡੈਂਟ ਸਾਹਿਬ ਤੁਸੀਂ ਕੀ ਕਰ ਰਹੇ ਹੋ। ਸੋ ਇਹ ਉਹਨਾਂ ਦਾ ਹੋਸ਼ਾ ਸੁਭਾਅ ਹੈਗਾ, ਲੇਕਿਨ ਇਹਦੇ ਥੋੜੀ ਜਿਹੀ ਕਾਮੇਡੀ ਵੀ ਕ੍ਰੀਏਟ ਹੋ ਜਾਂਦੀ, ਜਿੱਦਾਂ ਨਹੀਂ ਇੱਕ ਮੂਵੀ ਹੁੰਦੀ ਆ ਰੋਮਾਂਸ ਆ, ਕਾਮੇਡੀ, ਟ੍ਰੈਜੇਡੀ। ਸੋ ਟ੍ਰੈਜੇਡੀ ਦੇ ਵਿੱਚ ਵੀ ਥੋੜੀ ਕਾਮੇਡੀ ਵੀ ਟਰੰਪ ਸਾਹਿਬ ਕਰ ਲੈਂਦੇ ਆ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜਿਆ, ਬਹੁਤ ਸਾਰੀਆਂ ਗੱਲਾਂ ਸਾਨੂੰ ਕਲੀਅਰ ਕੀਤੀਆਂ। ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ। ਹਾਈਡਰੋਕਸੀਕਲੋਰੋਕੁਇਨ ਦਾ ਕੋਈ ਫਾਇਦਾ ਨਹੀਂ ਜੋ, ਔਰ ਸਾਡੇ ਅੱਛੇ ਦਿਨ ਆ ਰਹੇ ਆ, ਲੇਕਿਨ ਤੁਹਾਨੂੰ ਸਭ ਦੇ ਰਹਿਣ ਦੀ ਲੋੜ ਹੈਗੀ ਆ। ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ ਡਾਕਟਰ ਸਾਹਿਬ। ਦੋਸਤੋ ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਇਹ ਸੱਚਮੁੱਚ ਬੜਾ ਕਨਫਿਊਜ਼ਿੰਗ ਆ, ਬਹੁਤ ਕਨਫਿਊਜ਼ਿੰਗ ਆ ਇਹ ਸਾਰਾ ਕੁਝ, ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ। ਤੁਸੀਂ ਸੋਚੋ, ਇਸ ਗੱਲ ਨੂੰ ਇਮੈਜਿਨ ਕਰੋ ਕਿ ਇੱਕ ਦਵਾਈ, ਕੋਈ ਸਟੱਡੀ ਆ ਕੇ ਕਹਿੰਦੀ ਵੀ ਇਹ ਦਵਾਈ ਦੇ ਨਾਲ ਕੋਵਿਡ-19 ਦੇ ਪੇਸ਼ੈਂਟ ਨੂੰ ਫਾਇਦਾ ਹੋਇਆ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ, ਇੰਡੀਆ ਤੋਂ ਉਹ ਦਵਾਈ ਮੰਗਵਾ ਲੈਂਦਾ, ਰੌਲਾ ਵੀ ਪੈਂਦਾ, ਉਹ ਦਵਾਈ ਆ ਜਾਂਦੀ। ਕੈਨੇਡਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੰਗਵਾਉਂਦਾ, ਉਹਦੇ ਤੋਂ ਬਾਅਦ ਰਾਸ਼ਟਰਪਤੀ ਉਹ ਦਵਾਈ ਲੈਂਦੇ ਵੀ ਆ। ਫਿਰ ਇੱਕ ਸਟੱਡੀ ਆ ਜਾਂਦੀ ਕਿ ਨਹੀਂ ਜੀ ਇਹਦਾ ਕੋਈ ਫਾਇਦਾ ਨਹੀਂ। ਫਿਰ ਇੱਕ ਸਟੱਡੀ ਆ ਜਾਂਦੀ ਆ ਇਹਦਾ ਫਾਇਦਾ ਨਹੀਂ ਜੀ, ਇਹਦਾ ਤਾਂ ਨੁਕਸਾਨ ਆ। ਲੋਕ ਇਹਦੇ 'ਤੇ ਯਕੀਨ ਕਰਨ। ਸ਼ਾਇਦ ਇਹ ਵਾਇਰਸ ਨਵਾਂ ਆ, ਇਸ ਕਰਕੇ ਇਹਦੇ ਨਾਲ ਵਾਹ ਅਜੇ ਥੋੜ੍ਹਾ ਸਮਾਂ ਹੋਇਆ। ਹੌਲੀ ਜਿੱਦਾਂ ਵਿਗਿਆਨਕ ਜਿਹੜੇ ਵਿਗਿਆਨੀ ਆ ਉਹ ਖੋਜਾਂ ਕਰਨਗੇ, ਉਹਦੇ ਤੋਂ ਬਾਅਦ ਬਹੁਤ ਸਾਰੀ ਸਥਿਤੀ ਸਪਸ਼ਟ ਹੋਏਗੀ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਸਦਾ ਕੁਲਬੀਰ ਸਿੰਘ ਸੰਘਾ ਹੋਣਾ ਨਾਲ ਐਡਮਿੰਟਨ ਤੋਂ ਤੇ ਡਾਕਟਰ ਪ੍ਰਗਟ ਸਿੰਘ ਪੁਰ ਜੀ ਹੋਣਾ ਨਾਲ ਖਾਸ ਤੌਰ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।